ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਆਦ ਨਿਰੰਜਨ ਹੈ ਗੁਰੂ ਨਾਨਕ, ਤਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਤਾਰ ਕੇ ਮੂਰਤ ਹੈ ਜਗ ਆਇਓ। ਛਾਏ ਜਾਤੀ ਏਕਤਾ, ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ। ਹੋਵਤੀ ਕੁਚੀਲਤਾ ਕਿਤਾਬਨ ਕੁਰਾਨ ਕੀ। ਪਾਪ ਹੀ ਪ੍ਰਪੱਕ ਜਾਤੇ, ਧਰਮ ਤਸਕ ਜਾਤੇ। ਬਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਦੇਵੀ ਦੇਵ ਦਿਹੁਰੇ, ਸੰਤੋਖ ਸਿੰਘ ਦੂਰ ਹੋਤੇ। ਰੀਤ ਮਿਟ ਜਾਤੀ, ਕਥਾ वेदन पुराण की। श्री गुरु गोबिंद सिंह पावन परम सूर। श्री गुरु गोबिंद सिंह पावन परम सूर। मूरत न होती जो पै करना निधान की। जिसमें अमृत ज्ञान है मानक भगत वैराग। श्री गुरु ग्रंथ साहिब अदद बंदों कर अनुराग। श्री गुर शब्द कमाए जिन जीते पंच विकार। तिन संतन को बंदना सिर चरणन पार तार। एक ओंकारा सतगुरु तेह प्रसाद सच होए। वाहेगुरु जी की फतेह है। विघ्न विनाशन सोए। वाहेगुरु जी की फतेह है। विघ्न विनाशन सोए। सतनाम श्री वाहिगुरु साहिब जी। बहु ग्रामन के राज करंते दरबले सब सुख भोगंते। बहु ग्रामन के
ਰਾਜ ਕਰੰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਸ਼ਬਦ ਗੁਰੂ ਚਵਰ ਤਖਤ ਛਤਰ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ, ਵਾਲੀਏ ਦੋ ਜਹਾਂ ਹਾਲਤ ਪਲਤ ਦੇ ਰੱਖਿਅਕ, ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਤ ਦਾ ਸਦਕਾ, ਸ੍ਰੀ ਕਲਗੀਧਰ ਜੀ, ਸ੍ਰੀ ਦਸ਼ਮੇਸ਼ ਪਿਤਾ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼, ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਸਦਕਾ ਗੁਰੂ ਬਖਸ਼ ਉਦਮ ਉਪਰਾਲੇ ਦੁਆਰਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਸਤਿਗੁਰੂ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੇ ਕੋਲ ਬੈਠ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਸਵਾਸਾਂ ਨੂੰ ਸਫਲ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਸਤਿਗੁਰੂ ਜੀ ਦੇ ਇਤਿਹਾਸ, ਜੀਵਨ ਬਿਰਤਾਂਤ, ਜੀਵਨ ਕੌਤਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ। ਗੁਰਸਿੱਖ ਪਿਆਰੇ ਜਗਿਆਸੂ ਜਨ ਪੰਚਮ ਪਾਤਸ਼ਾਹ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਹਜ਼ੂਰ ਚੱਲ ਕਰਕੇ ਆ ਰਹੇ ਹਨ ਔਰ ਆਪਣੇ ਆਪਣੇ ਮਨ ਦੇ ਖਿਆਲਾਂ, ਇੱਛਾ, ਭਾਵਨਾ ਅਨੁਸਾਰ ਸਾਹਿਬਾਂ ਜੀ ਨੂੰ ਬੇਨਤੀ ਕਰਦੇ ਹਨ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਜੋ ਵੀ ਕਿਸੇ ਦੀ ਇੱਛਾ ਹੁੰਦੀ ਪੂਰੀ ਕਰਦੇ। ਜੇਕਰ ਕਿਸੇ ਦੇ ਮਨ 'ਚ ਭਰਮ ਹੁੰਦਾ ਹੈ, ਸ਼ੱਕ ਹੁੰਦਾ, ਉਹ ਦੂਰ ਕਰਦੇ ਹਨ। ਪਿੱਛੇ ਆਪ ਜੀ ਨੇ ਸਰਵਣ ਕੀਤਾ ਹੈ ਕਿ ਗੁਰਸਿੱਖ ਪਿਆਰਿਆਂ ਨੇ ਬੇਨਤੀ ਕੀਤੀ ਸੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਸੰਬੰਧ ਅੰਦਰ ਕਿ ਉਹਨਾਂ ਨੇ ਸਰਗੁਣ ਦੀ ਜਾਂ ਨਿਰਗੁਣ ਦੀ ਉਪਾਸਨਾ ਕਰਨ ਵਾਸਤੇ ਆਪਣੇ ਸਿੱਖਾਂ ਨੂੰ ਆਖਿਆ ਹੈ, ਉਪਦੇਸ਼ ਦਿੱਤਾ ਹੈ। ਤਾਂ ਸਤਿਗੁਰੂ ਪਾਤਸ਼ਾਹ ਨੇ ਸਮਝਾਇਆ ਕਿ ਭਾਈ ਗੁਰੂ ਨਾਨਕ ਦੇ ਘਰ ਵਿੱਚ ਨਿਰਗੁਣ ਤੇ ਨਿਰਗੁਣ ਤੇ ਸਰਗੁਣ ਦਾ ਕੋਈ ਭਿੰਨ ਭੇਦ ਵਖਰੇਵਾ ਨਹੀਂ ਹੈ, ਇੱਕੋ ਹੀ ਸਰੂਪ ਹਨ। ਹਾਂ, ਕਿਸੇ ਸਮੇਂ ਉਹੀ ਹਸਤੀ ਨਿਰਾਕਾਰ ਹੈ, ਕਿਤੇ ਆਕਾਰ ਸਹਿਤ ਹੈ, ਕਿਤੇ ਤਿੰਨਾਂ ਗੁਣਾਂ ਦੇ ਸਹਿਤ ਹੈ, ਕਿਤੇ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਹੈ। ਇਹ ਸਾਰੀ ਉਸੇ ਦੀ ਰਚਨਾ ਹੈ। ਇਸ ਭਰਮ ਵਿੱਚ ਨਹੀਂ ਪੈਣਾ ਕਿ ਨਿਰਗੁਣ ਕੋਈ ਹੋਰ ਹੈ ਤੇ ਸਰਗੁਣ ਕੋਈ ਹੋਰ ਹੈ, ਆਕਾਰ ਕੋਈ ਹੋਰ ਹੈ ਤੇ ਨਿਰਾਕਾਰ ਕੋਈ ਹੋਰ ਹੈ। ਇਹ ਬੜਾ ਵੱਡਾ ਭੁਲੇਖਾ ਹੈ, ਤੌਖਲਾ ਹੈ। ਇਸ ਤੋਂ ਬਚਣਾ, ਇਸ ਦੁਬਿਧਾ ਵਿੱਚ ਨਹੀਂ ਆਉਣਾ। ਤੁਸੀਂ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਉਹ ਸਿਮਰਨ ਭਾਵੇਂ ਨਿਰਾਕਾਰ ਦਾ ਹੋਵੇ ਤੇ ਭਾਵੇਂ ਸਰਗੁਣ ਦਾ ਹੋਵੇ, ਸਿਮਰਨ ਬੰਦੇ ਦੀ ਸਹਾਇਤਾ ਲੋਕ ਪਰਲੋਕ ਵਿੱਚ ਕਰਦਾ ਹੈ। ਦ੍ਰਿਸ਼ਟਾਂਤ ਦਿੱਤਾ ਸੀ ਸ਼੍ਰੀ ਰਾਮਚੰਦਰ ਜੀ ਦਾ, ਇਸੇ ਤਰ੍ਹਾਂ ਸ਼੍ਰੀ ਹਨੂਮਾਨ ਜੀ। ਸੋ ਜਿਨ੍ਹਾਂ ਨੇ ਆਤਮ ਬਲ ਨਾਲ, ਆਤਮ ਸੱਤਿਆ ਨਾਲ ਸਾਗਰ ਨੂੰ ਤਰ ਲਿਆ, ਸਾਗਰ ਨੂੰ ਟੱਪ ਗਏ। ਇਸੇ ਤਰ੍ਹਾਂ ਸਾਹਿਬਾਂ ਦੱਸਿਆ ਕੋਈ ਵਿਰਲੇ ਐਸੇ ਹੁੰਦੇ ਹਨ ਆਤਮਿਕ ਸਮਰੱਥਾ ਵਾਲੇ, ਜਿਹੜੇ ਸੰਸਾਰ ਸਾਗਰ ਨੂੰ ਸਹਿਜੇ ਹੀ ਲੰਘ ਜਾਂਦੇ ਨੇ। ਪਰ ਗੁਰੂ ਨਾਨਕ ਦੇ ਪਾਤਸ਼ਾਹ ਨੇ ਜੋ ਨਾਮ ਸਿਮਰਨ ਦਾ ਪੁੱਲ ਬੱਧਾ ਹੈ, ਇਸ ਪੁੱਲ ਤੇ ਤੁਰ ਕੇ ਭਾਵੇਂ ਕਿਸੇ ਦਾ ਜੀਵਨ ਬਹੁਤਾ ਉੱਚਾ ਸੁੱਚਾ ਨਹੀਂ, ਸ਼ੁਭ ਨੇਕ ਕਰਮ ਵੀ ਨਹੀਂ ਹਨ, ਚੰਗੀ ਕਰਤੂਤ ਵੀ ਨਹੀਂ, ਥੋੜ੍ਹਾ ਥੋੜ੍ਹਾ ਜਪਿਆ ਹੋਇਆ ਨਾਮ ਵੀ ਇੱਕ ਦਿਨ ਮਨੁੱਖ ਨੂੰ ਬਹੁਤ ਭਾਰੀ ਲਾਭਦਾਇਕ ਸਾਬਤ ਹੁੰਦਾ ਹੈ, ਮਨੁੱਖ ਦੀ ਕਲਿਆਣ ਹੋ ਜਾਂਦੀ ਹੈ। ਸੋ ਇਸ ਵਾਸਤੇ ਨਾਮ ਜਪੋ, ਸਿਮਰਨ ਕਰੋ। ਇਸੇ ਤਰ੍ਹਾਂ ਹੀ 6 ਸਿੱਖ ਮਿਲ ਕਰਕੇ ਆਏ, ਉਹਨਾਂ ਵੀ ਸਾਹਿਬਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਜਿਹੜੇ 2 ਤਰ੍ਹਾਂ ਦੇ ਕਰਮ ਨੇ ਉਹਨਾਂ ਦੀ ਫਿਲਾਸਫੀ ਸਾਨੂੰ ਸਮਝਾਵੋ।
ਅੱਗੇ ਜਿਹੜੇ ਗੁਰਸਿੱਖ ਆ ਰਹੇ ਨੇ ਉਹ ਕਰਮਾਂ ਦੇ ਸੰਬੰਧ ਵਿੱਚ ਹੀ ਜ਼ਿਕਰ ਕਰ ਰਹੇ ਨੇ। ਗੁਰਮਤਿ ਨੇ ਕਰਮ ਦਾ ਖੰਡਨ ਨਹੀਂ ਕੀਤਾ ਕਿ ਕਰਮ ਦਾ ਫਲ ਨਹੀਂ ਮਿਲਦਾ, ਸਗੋਂ ਥਾਵਾਂ ਥਾਵਾਂ ਤੇ ਹੈ ਕਿ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ, ਆਪੇ ਬੀਜ ਆਪੇ ਖਾਓ। ਪਰ ਕਰਮਾਂ ਨੂੰ ਪ੍ਰਧਾਨ ਤੇ ਮੁੱਖ ਨਹੀਂ ਮੰਨਿਆ ਗੁਰਮਤਿ ਦੇ ਵਿੱਚ, ਕਿ ਕਰਮ ਜਿਹੜੇ ਨੇ ਉਹ ਫਲ ਦਿੱਤੇ ਤੋਂ ਬਿਨਾਂ ਨਹੀਂ ਰਹਿੰਦੇ। ਸਗੋਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਕਰੋੜਾਂ ਕਰਮ ਕੱਟੇ ਜਾ ਸਕਦੇ ਨੇ। ਹਾਂ, ਸਨਾਤਨ ਮਤ ਵਿੱਚ ਕਰਮਾਂ ਦੀ ਫਿਲਾਸਫੀ ਜਿਹੜੀ ਹੈ ਬੜੀ ਲੰਮੀ ਚੌੜੀ ਲਿਖੀ ਹੈ ਸ਼ਾਸਤਰਾਂ ਦੇ ਵਿੱਚ, ਕਿ ਜੋ ਮਨੁੱਖ ਕਰਮ ਕਰਦਾ ਉਹਦਾ ਫਲ ਭੁਗਤਣਾ ਪੈਂਦਾ ਹੈ, ਇਸ ਗੱਲ ਵਿੱਚ ਸ਼ੱਕ ਨਹੀਂ ਹੈ। ਪਰ ਜਿਹੜਾ ਮਨੁੱਖ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਏ, ਨਾਮ ਜਪ ਸਿਮਰਨ ਕਰੇ, ਸਤਿਗੁਰੂ ਪਾਤਸ਼ਾਹ ਜੀ ਉਸ ਦਾ ਕਰਮ ਸਹਿਜੇ ਹੀ ਭੁਗਤਾ ਦਿੰਦੇ ਹਨ। ਜਿਵੇਂ ਕਿਹਾ ਜਾਂਦਾ ਹੈ ਕਿ ਸੂਲੀ ਤੋਂ ਸੂਲ ਬਣ ਜਾਂਦੀ ਹੈ, ਸੋ ਸਤਿਗੁਰੂ ਦੀ ਸ਼ਰਨ ਵਿੱਚ ਪਿਆ ਹੋਇਆ ਜੀਵ ਉਸ ਕਰਮ ਨੂੰ ਭੋਗਣ ਲੱਗਾ ਫਿਰ ਲੰਮਾ ਸਮਾਂ ਦੁਖੀ ਨਹੀਂ ਹੁੰਦਾ। ਜਿਵੇਂ ਮੰਡੀ ਦੇ ਰਾਜੇ ਦੇ ਕਰਮ ਇੱਕ ਰਾਤ ਵਿੱਚ ਸਾਹਿਬਾਂ ਨੇ ਕੱਟ ਦਿੱਤੇ ਸਨ ਸੁਪਨੇ ਵਿੱਚ, ਤੇ ਥੋੜ੍ਹਾ ਸਮਾਂ ਹੀ ਦਿਨ ਦਾ ਉਸ ਨੂੰ ਉਸ ਝੰਜਟ ਵਿੱਚੋਂ ਗੁਜ਼ਰਨਾ ਪਿਆ ਸੀ। ਅਖੀਰ ਸਾਹਿਬਾਂ ਨੇ ਸਮੇਂ ਸਿਰ ਪਹੁੰਚ ਕੇ ਉਹਦੀ ਬੰਦ ਖਲਾਸੀ ਕਰਵਾਈ। ਸੋ ਅਜਿਹੀ ਜਿਹੜੀ ਕਰਮਾਂ ਦੀ ਵਿਚਾਰਧਾਰਾ ਹੈ, ਗੁਰਮਤਿ ਨੇ ਉਸ ਦਾ ਖੰਡਨ ਨਹੀਂ ਕੀਤਾ, ਮੰਨਿਆ ਜ਼ਰੂਰ ਹੈ, ਪਰ ਕਰਮ ਉਸ 'ਤੇ ਹੀ ਬਲਵਾਨ ਹੁੰਦੇ ਹਨ ਜਿਹਦੇ ਪਿੱਛੇ ਕੋਈ ਨਾ ਹੋਵੇ, ਤੇ ਜਿਹਦੇ ਪਿੱਛੇ ਪੂਰਾ ਸਤਿਗੁਰੂ ਖੜਾ ਹੋਵੇ, ਗੁਰੂ ਦਾ ਕਿਰਪਾ ਦਾ ਹੱਥ ਹੋਵੇ, ਸਤਿਗੁਰੂ ਉਸ ਨੂੰ ਕਰਮਾਂ ਦੇ ਗੇੜ ਵਿੱਚੋਂ ਸਹਿਜੇ ਕੱਢ ਲੈਂਦੇ। ਇੱਥੋਂ ਤੱਕ ਕਿ ਨਰਕਾਂ ਵਿੱਚ ਵੀ ਕੋਈ ਪੈ ਜਾਵੇ, ਗੁਰੂ ਦਾ ਸਿੱਖ ਤੇ ਸਾਹਿਬਾਂ ਦੀ ਬਾਣੀ ਦਾ ਫੈਸਲਾ ਕਾਢੀ ਨਰਕ ਤੇ ਧੂ ਕਰਕੇ ਖਿੱਚ ਕਰਕੇ ਵੀ ਸਤਿਗੁਰੂ ਪਾਤਸ਼ਾਹ ਨਰਕਾਂ ਵਿੱਚੋਂ ਬਾਹਰ ਕੱਢ ਸਕਦੇ ਨੇ। ਗੁਰੂ ਵਿੱਚ ਇਹ ਸਮਰੱਥਾ ਹੈ। ਬਾਣੀ ਦਾ ਬਚਨ ਨਾਮ ਸੁਣਿਓ ਸੁਤ ਭਾਨ ਡਰਿਓ। ਸੂਰਜ ਦਾ ਪੁੱਤਰ ਧਰਮ ਰਾਜਾ ਜਿਹੜਾ ਹੈ ਉਹ ਵੀ ਗੁਰੂ ਦਾ ਨਾਮ ਸੁਣ ਕੇ ਥਰ ਥਰ ਕੰਬਦਾ ਹੈ। ਇੱਥੋਂ ਤੱਕ ਸਾਹਿਬਾਂ ਨੇ ਬਾਣੀ 'ਚ ਲਿਖਿਆ ਹੈ ਕਿ ਨਾਮ ਜਪਣ ਵਾਲੇ ਨੂੰ ਕੋਈ ਜੀ ਕਹਿ ਕੇ ਬੁਲਾ ਦੇਵੇ ਤੇ ਉਹਦੇ ਵੀ ਕਰਮ ਕੱਟੇ ਜਾਂਦੇ, ਜਮ ਨੇੜੇ ਨਹੀਂ ਆਉਂਦਾ। ਜੇ ਕੋਈ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ, ਉਹਨੂੰ ਜਮ ਤਲਬ ਨਹੀਂ ਕਰੇਗਾ, ਉਹਨੂੰ ਕਚਹਿਰੀ ਵਿੱਚ ਆਵਾਜ਼ ਨਹੀਂ ਪਵੇਗੀ ਕਿ ਆਹ ਤੂੰ ਆਹ ਕਰਮ ਕੀਤੇ ਸੀ ਲੇਖਾ ਦੇ। ਸੋ ਇਹ ਗੱਲ ਜ਼ਰੂਰ ਪ੍ਰਧਾਨ ਹੈ ਗੁਰਮਤਿ ਦੇ ਵਿੱਚ ਕਿ ਕਰਮਾਂ ਦਾ ਫਲ ਭੋਗਣਾ ਪੈਂਦਾ, ਪਰ ਅਕੱਟ ਨਹੀਂ ਹੈ, ਸਦੀਵੀ ਨਹੀਂ ਹੈ। ਸਿੱਖਾਂ ਨੇ ਪੁੱਛਿਆ, ਮਹਾਰਾਜ ਦੋ ਤਰ੍ਹਾਂ ਦੇ ਕਰਮ ਨੇ, ਇੱਕ ਨਿਸ਼ਕਾਮ ਕਰਮ, ਇੱਕ ਸਕਾਮ ਕਰਮ, ਇੱਕ ਪੁੰਨ ਕਰਮ ਹਨ, ਇੱਕ ਪਾਪ ਕਰਮ ਨੇ। ਤੇ ਕੀ ਜਦੋਂ ਕੋਈ ਮਨੁੱਖ ਪੁੰਨ ਕਰਦਾ ਜਾਂ ਪਾਪ ਕਰਦਾ ਹੈ, ਫਿਰ ਅੱਗੇ ਲੇਖਾ ਹਿਸਾਬ ਕਿਤਾਬ ਹੁੰਦਾ ਹੈ। ਉਸਦੇ ਕੀਤੇ ਪੁੰਨਾਂ, ਉਸਦੇ ਕੀਤੇ ਪਾਪਾਂ ਅਨੁਸਾਰ ਵਾਧਾ ਘਾਟਾ ਕਰਕੇ ਸਜ਼ਾ ਦਿੱਤੀ ਜਾਂਦੀ ਹੈ, ਕਿ ਜਾਂ ਫਿਰ ਕਰਮਾਂ ਦਾ ਫਲ ਵੱਖਰਾ ਭੁਗਤਾਇਆ ਜਾਂਦਾ, ਸ਼ੁਭ ਕਰਮਾਂ ਦਾ ਤੇ ਮਾੜੇ ਕਰਮਾਂ ਦਾ ਫਲ ਵੱਖਰਾ, ਪੁੰਨਾਂ ਦਾ ਵੱਖਰਾ ਤੇ ਪਾਪਾਂ ਦਾ ਵੱਖਰਾ। ਸਤਿਗੁਰੂ ਪਾਤਸ਼ਾਹ ਨੇ ਇਹ ਸਵਾਲ ਸਿੱਖਾਂ ਦੇ ਕੋਲੋਂ ਸੁਣਿਆ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਭਾਈ ਚਾਰ ਤਰ੍ਹਾਂ ਦੀ ਬਿਰਤੀ ਦੇ ਪ੍ਰੇਮੀ ਹੁੰਦੇ ਹਨ, ਚਾਰ ਤਰ੍ਹਾਂ ਦੇ ਸਿੱਖ ਹੁੰਦੇ ਹਨ, ਸਮਝ ਲਓ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਇੱਕ ਦ੍ਰਿਸ਼ਟਾਂਤ ਦੇ ਕਰਕੇ ਸਮਝਾਇਆ ਹੈ ਕਿ ਪਹਿਲੀ ਪ੍ਰਕਾਰ ਦਾ ਜਿਹੜਾ ਮਨੁੱਖ ਹੈ ਉਹ ਇਸ ਤਰ੍ਹਾਂ ਸਮਝ ਲਵੋ ਕਿ ਜ਼ਮੀਨ ਜਿਹੜੀ ਹੈ ਉਹ ਰਾਜੇ ਦੀ ਹੈ, ਮਾਲਕ ਦੀ, ਹਾਕਮ ਦੀ ਹੈ, ਪਰ ਉਸ ਨੂੰ ਹਿੱਸੇ 'ਤੇ ਦਿੱਤੀ ਹੋਈ ਹੈ, ਉਹਦਾ ਆਪਣਾ ਕੋਈ ਹੱਕ ਨਹੀਂ। ਫਸਲ ਉਹ ਬੀਜ ਸਕਦਾ ਜਿਹੜੀ ਮਰਜ਼ੀ ਬੀਜੇ, ਪਰ ਜਦੋਂ ਵੰਡ ਵਡਾਈ ਹੋਣੀ ਉਦੋਂ ਰਾਜੇ ਦਾ ਅਹਿਲਕਾਰ ਆ ਕਰਕੇ ਸਿਰ 'ਤੇ ਖਲੋ ਕੇ ਵਡਾਉਂਦਾ ਹੈ। ਸੋ ਇਸੇ ਤਰ੍ਹਾਂ ਹੀ ਜੇਕਰ ਕੋਈ ਉਹ ਇਮਾਨਤ 'ਚ ਖਿਆਨਤ ਕਰੇ ਤਾਂ ਉਹਨੂੰ ਦੰਡ ਦਿੱਤਾ ਜਾਂਦਾ ਹੈ। ਜੋ ਚਾਹੇ ਕਿ ਸਾਰਾ ਜਿੰਨਾ ਅਨਾਜ ਹੈ ਬੋਲ ਮੇਰੇ ਘਰ ਹੀ ਚਲਿਆ ਜਾਵੇ, ਤੇ ਫਿਰ ਉਹ ਦੰਡ ਦਾ ਭਾਗੀ ਹੈ। ਸੋ ਇਸੇ ਤਰ੍ਹਾਂ ਹੀ ਸਾਹਿਬਾਂ ਨੇ ਦੱਸਿਆ ਕਿ ਇੱਕ ਐਸੇ ਹਨ ਜਿਹੜੇ ਪਟਾ ਲਿਖਾ ਲੈਂਦੇ ਨੇ 6 ਮਹੀਨਿਆਂ ਦਾ, ਸਾਲ ਦਾ, ਉਹ ਬੇਫਿਕਰ ਹੋ ਜਾਂਦੇ ਨੇ, ਉਹ ਖੇਤੀ ਜੋ ਮਰਜ਼ੀ ਬੀਜਣ, ਜਦੋਂ ਮਰਜ਼ੀ ਕੱਚੀ ਪੱਕੀ ਵੱਢਣ, ਅਨਾਜ ਥੋੜ੍ਹਾ ਹੋਵੇ ਬਹੁਤਾ ਹੋਵੇ, ਉਹ ਉਹਨਾਂ ਦਾ ਆਪਣਾ ਹੈ, ਕਿਉਂਕਿ ਉਹਨਾਂ ਨੇ ਇਕਰਾਰ ਕੀਤਾ ਕਿ ਇੰਨੇ ਪੈਸੇ ਰਾਜ ਨੂੰ ਦੇਣੇ ਦੇਣੇ। ਇੱਕ ਕੰਮ ਪਟੇ ਵਾਲਾ ਹੈ।
ਸੋ ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ ਕਿ ਇੱਕ ਕੰਮ ਉਹ ਹੈ ਕਿ ਜਿਹੜਾ ਸੁਗਾਤ ਕੋਈ ਦੇ ਦੇਣੀ, ਕੋਈ ਤੋਹਫਾ ਦੇ ਦੇਣਾ ਮਾਲਕ ਨੂੰ, ਤੇ ਮਾਲਕ ਦੇ ਇਲਾਕੇ ਵਿੱਚ ਰਹੀ ਜਾਣਾ, ਆਪਣਾ ਕਾਰੋਬਾਰ ਕਰੀ ਜਾਣਾ। ਸੋ ਇਸ ਤਰ੍ਹਾਂ ਇਹ ਸਾਰੀ ਕਰਮਾਂ ਦੀ ਫਿਲਾਸਫੀ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਕੁਛ ਦ੍ਰਿਸ਼ਟਾਂਤ, ਕੁਛ ਪ੍ਰਮਾਣ ਵਰਤੇ ਨੇ ਕਿ ਗੱਲ ਸਮਝ ਵਿੱਚ ਪੈ ਜਾਵੇ। ਇੰਨੀ ਕਿ ਗੱਲ ਥੋੜ੍ਹੀ ਹੋਵੇ ਤੇ ਬਾਤ ਦਾ ਪਤੰਗੜ ਬਣਾ ਦਿੱਤਾ ਜਾਵੇ ਕਿ ਬੰਦਾ ਉਲਝ ਕਰਕੇ ਰਹਿ ਜਾਵੇ, ਪਤਾ ਹੀ ਨਾ ਲੱਗੇ ਕਿ ਲੰਘਣਾ ਕਿੱਧਰ ਦੀ ਹੈ। ਗੁਰੂ ਸਾਹਿਬ ਜੀ ਦਾ ਸਿਧਾਂਤ ਇਹੋ ਜਿਹਾ ਨਹੀਂ ਹੈ। ਸੋ ਸਤਿਗੁਰੂ ਪਾਤਸ਼ਾਹ ਜੀ ਸਿੱਧਾ ਤੇ ਸਪਸ਼ਟ ਸਿੱਖ ਨੂੰ ਸਮਝਾਉਂਦੇ ਨੇ ਕਿ ਉਹ ਸਹੀ ਤਰੀਕੇ ਨਾਲ ਸਮਝ ਸਕੇ ਤੇ ਆਪਣਾ ਆਤਮ ਮਾਰਗ ਤੈਅ ਕਰ ਸਕੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਨੂੰ ਇਸ ਤਰੀਕੇ ਨਾਲ ਸਮਝਾ ਰਹੇ ਨੇ ਕਿ ਜਿਹੜੇ ਸੁਗਾਤਾਂ ਦੇਣ ਵਾਲੇ ਨੇ ਉਹ ਸੁਗਾਤਾਂ ਦੇ ਦਿੰਦੇ, ਕੋਈ ਘੋੜੀ ਦੇ ਦਿੰਦਾ, ਕੋਈ ਘੋੜਾ ਦੇ ਦਿੰਦਾ, ਰਾਜੇ ਦੇ ਪਾਸ ਰਾਜਾ ਖੁਸ਼ ਹੋ ਜਾਂਦਾ ਹੈ। ਸੋ ਅੱਗੇ ਜਿਵੇਂ ਭਾਈ ਸਾਹਿਬ ਸੁਣਾ ਰਹੇ ਹਨ, ਸਰਵਰ ਕਰੀਏ ਜੀ। ਬਹੁ ਬ੍ਰਾਹਮਣ ਕੇ ਰਾਜ ਕਰੰਤੇ, ਦਰਬ ਲੈ ਸਭ ਸੁਖ ਭੋਗੰਤੇ। ਇਹੋ ਜਿਹੇ ਜਿਹੜੇ ਲੋਕ ਨੇ ਸੁਗਾਤਾਂ ਦੇਣ ਵਾਲੇ, ਉਹ ਬਹੁਤ ਸਾਰੇ ਇਲਾਕਿਆਂ ਦੇ ਉੱਪਰ ਆਪਣਾ ਰਾਜ ਭਾਗ ਕਰਦੇ ਨੇ। ਕਿਉਂਕਿ ਪਿਛਲੇ ਸਮਝ ਨਜ਼ਰਾਨਾ ਦਿੱਤਾ ਜਾਂਦਾ ਸੀ। ਜਦੋਂ ਨਾਦਰ ਸ਼ਾਹ ਨੇ ਭੇਡਾਂ ਚਾਰਦਾ ਆਜੜੀਆਂ ਦਾ ਮੁੰਡਾ ਸੀ, ਆਪਣੇ ਨਾਲ ਸਾਥੀ ਲਏ, ਮਾਰ ਧਾਰ ਕਰਦਾ ਹੋਇਆ ਖੁਰਾਸਾਨ, ਇਰਾਕ ਈਰਾਨ ਦਾ ਇਲਾਕਾ ਆ ਪਹੁੰਚਾ ਹਿੰਦੁਸਤਾਨ ਦੇ ਵਿੱਚ। ਦਿੱਲੀ ਵਿੱਚ ਉਸਨੇ ਅਜਿਹੀ ਕਤਲੇਆਮ ਕੀਤੀ ਕਿ ਲੋਕ ਉਹਦੇ ਪਾਪਾਂ ਤੋਂ ਕੰਬ ਗਏ, ਇੱਥੋਂ ਤੱਕ ਉਹਦੀ ਆਪਣੀ ਆਤਮਾ ਵੀ ਕੰਬ ਉੱਠੀ ਸੀ। ਆਪਣੇ ਇੱਕ ਵਜ਼ੀਰ ਨੂੰ ਕਈ ਵਾਰੀ ਇਹ ਗੱਲ ਆਪ ਜੀ ਨੇ ਕੀਤੀ ਸੁਣੀ ਹੈ। ਉਦੋਂ ਤਾਂ ਵਜ਼ੀਰ ਨਹੀਂ ਸੀ, ਉਹ ਪਹਿਲਾਂ ਵਜ਼ੀਰ ਰਹਿ ਚੁੱਕਾ ਸੀ, ਬਜ਼ੁਰਗ ਸੀ, ਉਹਦਾ ਤਜਰਬਾ ਸੀ। ਤੇ ਉਹਨੇ ਕਹਿ ਦਿੱਤਾ ਸੀ ਕਿ ਆਪਾਂ ਦਿਨ ਚੜ੍ਹਨ ਤੋਂ ਪਹਿਲਾਂ ਇੱਥੋਂ ਚਲੇ ਜਾਈਏ, ਕਿਤੇ ਹਿੰਦੁਸਤਾਨੀਆਂ ਦੀ ਅਣਖ ਨਾ ਜਾਗ ਪਵੇ, ਕਿਤੇ ਸਾਡੀ ਵੱਢ ਟੁੱਕ ਨਾ ਕਰ ਦੇਣ। ਤੇ ਉਹਨੇ ਕਿਹਾ ਸੀ ਨਹੀਂ ਰੁਕੋ, ਮੇਰਾ ਤਜਰਬਾ ਹੈ, ਜਦੋਂ ਕੱਲ੍ਹ ਦਾ ਦਿਨ ਚੜ੍ਹੇਗਾ ਫਿਰ ਵੇਖਿਓ ਕੀ ਹੁੰਦਾ। ਤੇ ਵਾਕਿਆ ਹੀ ਇਤਿਹਾਸ ਨੇ ਵੇਖਿਆ ਕਿ ਕੀ ਹੋਇਆ। ਨੌਜਵਾਨ ਲੜਕੀਆਂ ਸ਼ਿੰਗਾਰ ਕਰਕੇ, ਹਾਰ ਸ਼ਿੰਗਾਰ ਦੇ ਨਾਲ ਤੋਹਫੇ ਲੈ ਕੇ ਨਾਦਰ ਸ਼ਾਹ ਦੇ ਸਾਹਮਣੇ ਨਚਾਈਆਂ ਗਈਆਂ। ਉਹਨਾਂ ਨੂੰ ਦੇਵਦਾਸੀਆਂ ਕਹਿੰਦੇ ਸਨ ਜੀ, ਇਹ ਦੇਵਦਾਸੀਆਂ। ਉਹਨਾਂ ਨੇ ਹਾਵ ਭਾਵ ਕੀਤੇ ਤੇ ਨਾਦਰ ਵਰਗਾ ਸਮਝ ਗਿਆ ਕਿ ਮੈਂ ਇੰਨੇ 2.5 ਲੱਖ ਬੰਦਾ ਜਿਹੜਾ ਕਤਲ ਕਰ ਦਿੱਤਾ। ਤੇ ਸੋਚਿਆ ਸੀ ਇਹਨਾਂ ਦਾ ਡੁੱਲਿਆ ਖੂਨ ਕਿਤੇ ਕੋਈ ਰੰਗ ਲਿਆਵੇਗਾ, ਕੋਈ ਅਣਖ ਤੇ ਗੈਰਤ ਦੀ ਚਿੰਗਿਆੜੀ ਪੈਦਾ ਕਰੇਗਾ, ਪਰ ਇਹ ਤਾਂ ਬੜੇ ਗਏ ਗੁਜਰੇ ਲੋਕ ਨੇ। ਫਿਰ ਉਹਦਾ ਮੂੰਹ ਪੈ ਕੇ ਉਹਨੇ ਕਈ ਹਮਲੇ ਹਿੰਦੁਸਤਾਨ ਤੇ ਕੀਤੇ। ਕਿਉਂਕਿ ਜਿਨ੍ਹਾਂ ਦੀ ਇੱਜ਼ਤ ਆਬਰੂ ਰੋਲੇ ਗਏ ਉਹਨਾਂ ਨਜ਼ਰਾਨੇ ਭੇਟਾ ਕੀਤੇ। ਨਾਦਰ ਵਰਗਿਆਂ ਨੂੰ ਥਾਲ ਹੀਰੇ ਜਵਾਹਰਾਂ ਮੋਤੀਆਂ ਦੇ ਭਰ ਕੇ ਦੇ ਨਾਲ ਨੌਜਵਾਨ ਕੁੜੀਆਂ ਲੈ ਕੇ ਥਾਲ ਭੇਟਾ ਅੱਗੇ ਰੱਖ ਕੇ ਤੇ ਕੁੜੀਆਂ ਸਾਹਮਣੇ ਨਚਾਈਆਂ। ਇਹ ਉਹ ਲੋਕ ਸਨ ਜਿਹੜੇ ਰਾਜ ਭਾਗਤਾ ਕਰਨਾ ਚਾਹੁੰਦੇ ਸਨ, ਧੀਆਂ ਭੈਣਾਂ ਦੇ ਰਿਸ਼ਤੇ ਦਿੰਦੇ ਸਨ ਕਿ ਸਰਕਾਰ ਨਾਲ ਬਣੀ ਰਵੇ, ਬਸ ਨਜ਼ਰਾਨਾ ਭੇਟ ਕਰ ਦਓ ਤੇ ਆਪਣਾ ਰਾਜ ਭਾਗ ਚਲਾਈ ਚੱਲੋ। ਜਦੋਂ ਇੱਕ ਵਾਰੀ ਨਾਦਰ ਨੇ ਇਹ ਗੱਲ ਕਹੀ, ਅਹਿਮਦ ਸ਼ਾਹ ਅਬਦਾਲੀ ਨੇ ਆਖਿਆ ਸੀ ਸਿੱਖਾਂ ਨੂੰ ਕਿ ਮੈਂ ਤੁਹਾਨੂੰ ਪੰਜਾਬ ਦਾ ਰਾਜ ਦਿੰਦਾ। ਉਹ ਕਹਿੰਦੇ ਤੂੰ ਕੌਣ ਹੁੰਦਾ ਸਾਨੂੰ ਪੰਜਾਬ ਦਾ ਰਾਜ ਦਾ? ਤੂੰ ਮਾਮਾ ਲੱਗਦਾ ਪੰਜਾਬ ਦਾ? ਪੰਜਾਬ ਸਾਡਾ ਹੈ, ਸਾਡੇ ਗੁਰੂਆਂ ਦੀ ਧਰਤੀ ਹੈ। ਤੂੰ ਜਿਹੜੇ ਦੇਸ਼ੋਂ ਆਇਆ ਉੱਥੇ ਦਫਾ ਹੋ ਜਾ, ਇੱਥੇ ਰਾਜ ਭਾਗ ਅਸੀਂ ਆਪ ਸਾਂਭ ਲਵਾਂਗੇ। ਇਹ ਅਣਖ ਤੇ ਗੈਰਤ ਵਾਲੇ ਲੋਕ ਸਨ ਜਿਨ੍ਹਾਂ ਨੇ ਨਾਦਰ ਨੂੰ ਵੀ ਲੁੱਟਿਆ ਔਰ ਅਹਿਮਦ ਸ਼ਾਹ ਅਬਦਾਲੀ ਨੂੰ ਵੀ ਲੁੱਟਿਆ। ਅਖੀਰ ਉਹਨਾਂ ਨੂੰ ਕਹਿਣਾ ਪਿਆ ਸੀ ਕਿ ਇੱਕ ਦਿਨ ਇਹ ਲੋਕ ਰਾਜ ਭਾਗ ਦੇ ਮਾਲਕ ਬਣਨਗੇ। ਸੋ ਅੱਜ ਵੀ ਸਾਰੇ ਹਿੰਦੁਸਤਾਨ ਦੇ ਵਿੱਚੋਂ ਪੰਜਾਬ ਇੱਕ ਅਜਿਹਾ ਸੂਬਾ ਹੈ ਜਿੱਥੇ ਅਣਖ ਤੇ ਗੈਰਤ ਅਜੇ ਵੀ ਕਰਮ ਕਰਦੀ ਹੈ, ਆਪਣਾ ਵਰਤਾਰਾ ਵਰਤਾਉਂਦੀ ਹੈ। ਭਾਈ ਸਾਹਿਬ ਜੀ ਨੇ ਜੋ ਇੱਥੇ ਲਿਖਿਆ ਹੈ ਗੁਰੂ ਸਾਹਿਬ ਦੇ ਮੁਖ ਦੁਆਰਾ ਦ੍ਰਿਸ਼ਟਾਂਤ ਰੂਪ ਵਿੱਚ ਚੌਥੇ ਤਰ੍ਹਾਂ ਦੇ ਲੋਕ ਰਾਜ ਭਾਗ ਵੀ ਕਰਦੇ ਹਨ। ਤੇ ਕੀ ਕਰਦੇ ਨੇ? ਦਰਬ ਲਹਿ ਸਭ ਸੁੱਖ ਭੁਗੰਤੇ। ਲੋਕਾਂ ਦੇ ਕੋਲੋਂ ਹਾਲਾ ਟੈਕਸ ਜਿਹੜਾ ਲੈ ਲੈਂਦੇ, ਸਾਰੇ ਸੁੱਖ ਭੋਗਦੇ ਹਨ। ਕਈ ਨਗਰਾਂ ਦੇ ਵਿੱਚ ਤਾਂ ਹੀ ਉਹ ਫਿਰ ਆਪਣੇ ਅਧੀਨ ਕਰਕੇ ਰਾਜ ਕਰਦੇ ਹਨ। ਚੌਥੇ ਮਾਫੀ ਕੇ ਤਿਕ ਹੋਏ, ਆਪਣੋ ਰਾਜ ਕਰਤ ਹੈ ਸੋਏ। ਜਿਹੜੇ
ਤੀਜੀ ਕਿਸਮ ਦੇ ਲੋਕ ਸਨ, ਉਹਨਾਂ ਬਾਰੇ ਦੱਸ ਚੁੱਕਾ। ਤੇ ਚੌਥੇ ਜਿਹੜੇ ਨੇ ਉਹਨਾਂ ਨੂੰ ਜਿਹਨੇ ਮਾਫੀਨਾਮਾ ਦਿੱਤਾ ਹੁੰਦਾ ਸੀ ਸਰਕਾਰਾਂ ਨੇ ਪਿਛਲੇ ਸਮੇਂ ਵਿੱਚ, ਮੁਗਲਾਂ ਦੇ ਰਾਜ ਸਮੇਂ ਵੀ ਜੀ ਇੰਨੇ ਪਿੰਡ ਫਲਾਣੇ ਨੂੰ ਮਾਫ ਕਰ ਦਿੱਤੇ। ਤੇ ਅੰਗਰੇਜ਼ਾਂ ਦੇ ਸਮੇਂ ਵੀ ਬੜਿਆਂ ਨੇ ਜ਼ਗੀਰਾਂ ਲਈਆਂ ਸੀ, ਬੱਬਰਾਂ ਨੂੰ ਖੜਾ ਕਰਕੇ ਉਹਨਾਂ ਨੂੰ ਜ਼ਗੀਰਾਂ ਮਿਲੀਆਂ ਸਨ। ਸੋ ਉਹ ਮਾਫੀਨਾਮੇ ਵਾਲੇ ਹੁੰਦੇ ਨੇ, ਉਹ ਵੀ ਆਪਣਾ ਰਾਜ ਭਾਗ ਕਿਸੇ ਇਲਾਕੇ ਤੇ ਕਾਇਮ ਕਰ ਲੈਂਦੇ ਹਨ। ਨ੍ਰਿਪ ਕੇ ਸੰਗ ਚੜ੍ਹੈ ਜਹ ਜਾਏ, ਸਭ ਪਰ ਆਪਣੋ ਹੁਕਮ ਚਲਾਏ। ਰਾਜਾ ਜਿੱਥੇ ਚੜ ਕੇ ਜਾਵੇ ਉਹਦੇ ਨਾਲ ਚੜ ਕੇ ਜਾਂਦੇ ਤੇ ਰਾਜੇ ਦੀ ਤਰ੍ਹਾਂ ਹੀ ਆਪਣਾ ਹੁਕਮ ਸਾਰਿਆਂ ਤੇ ਚਲਾਉਂਦੇ ਹਨ। ਖਾਣਾ ਅਰਦਾਣਾ ਹੋਏ ਜੋਏ, ਲੇਤੇ ਮਹਿ ਪਾਲਕ ਤੇ ਸੋਏ। ਖਾਣਾ ਤੇ ਦਾਣਾ, ਦਾਣਾ ਘੋੜਿਆਂ ਵਾਸਤੇ, ਪਸ਼ੂਆਂ ਵਾਸਤੇ, ਤੇ ਖਾਣਾ ਪੀਣਾ ਆਪਣੇ ਵਾਸਤੇ, ਜੋ ਕੁਝ ਲੈਣਾ ਹੁੰਦਾ ਉਹ ਰਾਜੇ ਦੇ ਕੋਲੋਂ ਲੈਂਦੇ ਹਨ। ਲਖੋ ਪ੍ਰਜਾ ਪ੍ਰਭ ਕੀ ਇਮਚਾਰ, ਇਕ ਤੋ ਸਹਿਕਾਮੀ ਬ੍ਰਿਤ ਧਾਰ। ਤੇ ਆਹ ਚਾਰ ਤਰ੍ਹਾਂ ਦੀ ਪ੍ਰਜਾ ਹੈ, ਜਾਣ ਲਵੋ ਗੁਰਸਿੱਖ ਪਿਆਰਿਓ। ਇੱਕ ਕਿਸਾਨ ਦੀ ਤਰ੍ਹਾਂ ਹੈ, ਖੇਤੀ ਬੀਜ ਕਰਕੇ ਤੇ ਵਿੱਚੋਂ ਵੰਡਾਈ ਕਰਵਾ ਦੇਣੀ। ਇਸੇ ਤਰ੍ਹਾਂ ਇੱਕ ਪਟੇ ਵਾਲੇ, ਇੱਕ ਸੁਗਾਤਾਂ ਵਾਲੇ, ਤੇ ਚੌਥੇ ਮਾਫੀਨਾਮੇ ਵਾਲੇ। ਸੋ ਇਸ ਤਰ੍ਹਾਂ ਹੀ ਅਕਾਲ ਪੁਰਖ ਪਰਮੇਸ਼ਰ ਇੱਕ ਰਾਜਾ ਹੈ ਤੇ ਜੀਵ ਉਹਦੇ ਚਾਰ ਤਰ੍ਹਾਂ ਦੀ ਪ੍ਰਜਾ ਹਨ। ਲਖੋ ਪ੍ਰਜਾ ਪ੍ਰਭ ਕੀ ਇਹ ਵਿਚਾਰ, ਪਰਮੇਸ਼ਰ ਦੀ ਚਾਰ ਤਰ੍ਹਾਂ ਦੀ ਪ੍ਰਜਾ ਇਸ ਤਰ੍ਹਾਂ ਜਾਣੋ। ਇੱਕ ਤਾਂ ਉਹ ਨੇ ਜਿਹੜੇ ਸਹਿਕਾਮੀ, ਕਾਮਨਾ ਦੇ ਸਹਿਤ ਕਰਮ ਕਰਦੇ ਨੇ, ਇੱਛਾ ਰੱਖ ਕਰਕੇ ਜਪ ਤਪ ਕਰਦੇ, ਸਾਧਨਾ ਕਰਦੇ ਨੇ। ਪੁੰਨ ਦਾਨ ਵੀ ਕਰਨਾ ਹੋਵੇ ਤੇ ਕਹਿੰਦੇ ਅਖਬਾਰ ਵਿੱਚ ਫੋਟੋ ਆਉਣੀ ਚਾਹੀਦੀ ਹੈ। ਸੋ ਇਹ ਕੀ ਹੁੰਦਾ, ਇਹ ਕਾਮਨਾ ਹੁੰਦੀ, ਇੱਛਾ ਹੁੰਦੀ ਮਨ ਵਿੱਚ। ਉਹ ਸਹਿਕਾਮੀ ਬ੍ਰਤ ਧਾਰ, ਵਾਸ਼ਨਾ ਵਾਲੀ ਬਿਰਤੀ ਧਾਰਨ ਕਰਕੇ ਰੱਖਦੇ ਹੋਏ ਉਹ ਸਹਿਤ ਕਾਮਨਾ ਦੇ ਕਰਮ ਕਰਦੇ। ਇੱਕ ਤਾਂ ਇਹ ਹੁੰਦੇ ਹਨ, ਕਾਮਰ ਕ੍ਰੋਧ ਕਰ ਗਹਿ ਲਾਗੇ, ਨਹਿ ਕਬਹੂ ਹਰਿ ਕੇ ਰਸ ਪਾਗੇ। ਜਿਹੜੇ ਇਹੋ ਜਿਹੇ ਸਹਿਕਾਮੀ ਬੰਦੇ ਹੁੰਦੇ ਨਾ, ਉਹ ਲੋਕਾਂ ਦੀ ਕਈ ਵਾਰੀ ਉਹ ਲੋੜ ਦਾ ਫਾਇਦਾ ਉਠਾ ਜਾਂਦੇ ਨੇ। ਕਿਉਂਕਿ ਬੰਦੇ ਨੂੰ ਲੋੜ ਹੁੰਦੀ ਤੇ ਉਹ ਫਿਰ ਫਾਇਦਾ ਉਠਾ ਜਾਂਦੇ, ਆਪਣੀ ਵਾਸ਼ਨਾ ਪੂਰੀ ਕਰ ਜਾਂਦੇ। ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਝੂਠ ਦੇ ਵਿੱਚ ਉਹ ਫਸੇ ਰਹਿੰਦੇ ਨੇ। ਤੇ ਨਹਿ ਕਬਹੂ ਹਰਿ ਕੇ ਰਸ ਪਾਗੇ, ਪਰਮੇਸ਼ਰ ਦੇ ਪਿਆਰ ਦੇ ਰਸ ਵਿੱਚ ਕਦੀ ਰੰਗੇ ਨਹੀਂ ਜਾਂਦੇ ਉਹ, ਕਿਉਂਕਿ ਉਹ ਸਹਿਕਾਮਨਾ ਦੇ ਸਹਿਤ ਹੁੰਦੇ। ਪੁੰਨ ਦਾਨ ਵੀ ਜੇਕਰ ਉਹ ਕਰਨ ਤਾਂ ਉਹ ਫਿਰ ਕਿਸੇ ਨਾ ਕਿਸੇ ਕੋਲੋਂ ਫਾਇਦਾ ਜ਼ਰੂਰ ਲੈਂਦੇ ਹਨ, ਭਾਵੇਂ ਪਰਮਾਤਮਾ ਕੋਲੋਂ ਕਿਉਂ ਨਾ ਫਾਇਦਾ ਲੈਣਾ ਚਾਹੁਣ। ਸੋ ਉਹ ਇਸ ਤਰ੍ਹਾਂ ਕਰਦੇ ਨੇ ਤੇ ਪਰਮਾਤਮਾ ਦਾ ਨਾਮ ਸਿਮਰਨ ਕਦੀ ਨਹੀਂ ਕਰਦੇ। ਤੀਰਥ ਦਾਨ ਬ੍ਰਤ ਜੇ ਕਰਹੀ, ਫਲ ਹੋਏ ਅਮੁਕ ਕਾਮਨਾ ਧਰਹੀ। ਅਜਿਹੇ ਬੰਦੇ ਜਿਹੜੇ ਨੇ ਜੇਕਰ ਉਹ ਤੀਰਥਾਂ ਤੇ ਜਾ ਕੇ ਯਾਤਰਾ ਕਰਦੇ ਨੇ, ਦਾਨ ਕਰਦੇ ਜਾਂ ਵਰਤ ਰੱਖਦੇ ਨੇ, ਤੇ ਉਹਨਾਂ ਦੀ ਇੱਛਾ ਕੀ ਹੁੰਦੀ, ਫਲ ਹੋਏ ਅਮੁਕ, ਅਮੁਕ ਹੁੰਦਾ ਫਲਾਨਾ ਫਲ ਮਿਲ ਜਾਏ ਧਰਹੀ। ਇਹ ਕਾਮਨਾ ਧਾਰਨ ਕਰਕੇ ਰੱਖਦੇ ਨੇ ਕਿ ਮੈਂ ਆਹ ਕੰਮ ਕੀਤਾ ਤੇ ਮੈਨੂੰ ਆਹ ਫਲ ਮਿਲ ਜਾਵੇ। ਤਿਨ ਪਰ ਧਰਮ ਰਾਏ ਕੋ ਡੰਡ, ਨਰਕ ਸਜਾਈ ਲਹੈ ਪ੍ਰਚੰਡ। ਤੇ ਇਹੋ ਜਿਹੇ ਜਿਹੜੇ ਪਹਿਲੀ ਕਿਸਮ ਦੇ ਲੋਕ ਨੇ, ਉਹਨਾਂ ਦੇ ਉੱਪਰ ਧਰਮ ਰਾਜ ਦਾ ਡੰਡਾ ਚੱਲਦਾ ਹੈ ਤੇ ਉਹ ਫਿਰ ਨਰਕਾਂ ਵਿੱਚ ਪੈ ਕਰਕੇ ਸਜਾਈ ਲੈਂਦੇ। ਲਹਿ ਪਰ ਚੰਡ, ਪਰ ਵਿਸ਼ੇਸ਼ ਕਰਕੇ ਚੰਡ, ਬੜੀ ਤਿੱਖੀ ਭਿਆਨਕ ਸਜ਼ਾ ਭੋਗਣਾ ਕਰਦੇ ਨੇ। ਤੇ ਧਰਮ ਰਾਜਾ ਫਿਰ ਉਹਨਾਂ ਦੇ ਤਾਈਂ ਡੰਡਾ ਫੇਰਦਾ ਹੈ। ਪੁੰਨ ਪਾਪ ਫਲ ਭੋਗਹਿ ਨਿਆਰੇ, ਕਬ ਸੁਖ ਕਬ ਦੁਖ ਲਹਿ ਵਿਚਾਰੇ। ਇਹ ਜਿਹੜਾ ਡੰਡ ਦਾ ਅਖਰੀ ਅਰਥ ਸਜ਼ਾ ਹੁੰਦਾ, ਡੰਡ ਦਾ ਅਰਥ ਡੰਡਾ ਵੀ ਹੈ। ਸੋ ਇਹੋ ਜਿਹੇ ਲੋਕ ਜਿਹੜੇ ਧਰਮ ਰਾਜੇ ਦਾ ਡੰਡ ਝੱਲਦੇ, ਸਜ਼ਾ ਭੁਗਤਨੇ ਨੇ, ਪੁੰਨ ਪਾਪ ਫਲ ਭੋਗੇ ਨਿਆਰੇ। ਪੁੰਨਾਂ ਦਾ ਤੇ ਪਾਪਾਂ ਦਾ ਫਲ ਜਿਹੜਾ ਨਿਆਰਾ ਵੱਖਰਾ ਵੱਖਰਾ ਭੋਗਦੇ ਨੇ। ਕਬ ਸੁਖ ਕਬ ਦੁਖ ਲਹੇ ਵਿਚਾਰੇ। ਇਹੋ ਜਿਹੇ ਵਿਚਾਰੇ ਜੀਵ ਜਿਹੜੇ ਨੇ, ਵਿਚਾਰ ਲਓ ਕਿ ਕਦੀ ਸੁਖ ਤੇ ਕਦੀ ਦੁੱਖ ਲੈਣਾ ਕਰਦੇ ਹਨ। ਇੱਕ ਨਿਸ਼ਕਾਮ ਕਰਮ ਸੁਭ ਕਰੈ, ਧਰਮ ਕਰਤ ਪ੍ਰਸੰਨਤਾ ਧਰੈ। ਤੇ ਦੂਜੇ ਤਰ੍ਹਾਂ ਦੇ ਜਿਹੜੇ ਲੋਕ ਨਾ, ਉਹ ਨਿਸ਼ਕਾਮੀ ਹਨ। ਉਹ ਕਿਸੇ ਤਰ੍ਹਾਂ ਦੀ ਕਾਮਨਾ ਹੀ ਰੱਖਦੇ, ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗ ਰਾਚੈ। ਉਹ ਫਲ ਦੀ ਇੱਛਾ ਹੀ ਨਹੀਂ ਰੱਖਦੇ, ਕਰਮ ਤਾਂ ਕਰਦੇ ਨੇ ਪਰ ਫਲ ਦੀ ਇੱਛਾ ਨਹੀਂ ਰੱਖਦੇ ਕਿ ਆਹ ਮਿਲ ਜਾਏ।
ਇੱਕ ਨਿਸ਼ਕਾਮ ਕਰਮ ਸ਼ੁਭ ਕਰੇ। ਇੱਕ ਇਹੋ ਜਿਹੇ ਗੁਰਮੁਖ ਨੇ ਜਿਹੜੇ ਸ਼ੁਭ ਕਰਮ ਕਰਦੇ ਤੇ ਕਰਦੇ ਵੀ ਨਿਸ਼ਕਾਮ ਹੋ ਕੇ ਨੇ, ਇੱਛਾ ਨਹੀਂ ਰੱਖਦੇ। ਧਰਮ ਕਰਤ ਪ੍ਰਸੰਤਾ ਧਰੇ, ਧਰਮ ਦੇ ਕਾਰਜ ਕਰਦੇ ਹੋਏ ਬੜੇ ਖੁਸ਼ੀ ਧਾਰਦੇ ਨੇ। ਜਦੋਂ ਕਿਸੇ ਦਾ ਕੰਮ ਸਵਾਰ ਦੇਣ, ਧਰਮ ਦਾ ਕਰਮ ਕਰਨ, ਬੜੀ ਮਨ 'ਚ ਉਹਨਾਂ ਦੇ ਖੁਸ਼ੀ ਹੁੰਦੀ ਹੈ। ਪਾਪ ਅਚਾਨਕ ਜੇ ਹੋਏ ਜਾਏ, ਤਿਨ ਕੋ ਲੇਖਾ ਕਰ ਕਰ ਥਾਏ। ਤੇ ਜੇਕਰ ਕਿਤੇ ਅਚਾਨਕ ਉਹਨਾਂ ਕੋਲੋਂ ਪਾਪ ਹੋ ਜਾਏ, ਉਹ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਖਰੇ ਹਰ ਭਾਣੇ। ਬੜੇ ਸਾਧੂ ਵੇਖੇ ਇਹੋ ਜਿਹੇ ਮੂੰਹ ਤੋਂ ਤਾਂ ਬੜਾ ਇਹੋ ਜਿਹਾ ਬੋਲਦੇ, ਪਰ ਉਹ ਆਤਮ ਗਿਆਨੀ ਹਨ, ਕਿਉਂਕਿ ਉਹਨਾਂ ਦਾ ਬੋਲ, ਬਾਹਰ ਦਾ ਜਿਹੜਾ ਬੋਲ ਹੈ ਉਹ ਮਾਲਕ ਨਹੀਂ ਵਿਚਾਰਦਾ। ਕਿਉਂਕਿ ਕਈ ਵਾਰੀ ਲੋਕਾਂ ਤੋਂ ਬਚਣ ਵਾਸਤੇ ਵੀ ਐਸਾ ਕਰਨਾ ਪੈਂਦਾ ਸੀ ਸਾਧੂਆਂ ਨੂੰ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ ਕਿ ਜੇਕਰ ਅਚਾਨਕ ਪਾਪ ਹੋ ਜਾਵੇ, ਤਿੰਨ ਕੋ ਲੇਖਾ ਕਰ ਇੱਕ ਥਾਏ। ਉਹਨਾਂ ਦਾ ਹਿਸਾਬ ਕਿਤਾਬ ਇੱਕ ਥਾਂ ਤੇ ਕਰਕੇ, ਅਗੁ ਵਿਆੜ ਕਰ ਪੁੰਨ ਜੋ ਸ਼ੇਖ, ਤਿਨ ਕੋ ਭੋਗਤ ਆਨੰਦ ਵਿਸ਼ੇਸ਼। ਫਿਰ ਜਿਹੜੇ ਅੱਗ ਨੇ, ਅੱਗ ਹੁੰਦੇ ਨੇ ਪਾਪ, ਤੇ ਵਿਆੜ ਦਾ ਅਰਥ ਹੈ ਲੇਖਾ, ਹਿਸਾਬ ਕਿਤਾਬ। ਅੱਗ ਵਿਆੜ ਕਰ ਪੁੰਨ ਜੋ ਸ਼ੇਖ, ਪਾਪਾਂ ਦਾ ਹਿਸਾਬ ਕਰਕੇ ਤੇ ਜਿਹੜੇ ਪੁੰਨ ਸ਼ੇਖ ਹੁੰਦੇ ਬਾਕੀ ਜਿਹੜੇ ਬਚ ਜਾਂਦੇ ਨੇ, ਪਾਪਾਂ ਨੂੰ ਪੁੰਨਾਂ ਦੇ ਬਰਾਬਰ ਰੱਖ ਕੇ ਲੇਖਾ ਕੀਤਾ ਜਾਂਦਾ ਹੈ। ਤੇ ਜਿਹੜੇ ਪੁੰਨ ਬਾਕੀ ਸ਼ੇਖ ਪਿੱਛੇ ਬਚ ਜਾਂਦੇ ਨੇ, ਉਹਨਾਂ ਪੁੰਨਾਂ ਦੇ ਕਾਰਨ ਤਿੰਨ ਕੋ ਭੋਗਤ ਆਨੰਦ ਵਿਸ਼ੇਸ਼। ਉਹਨਾਂ ਪੁੰਨਾਂ ਦੇ ਕਾਰਨ ਫਿਰ ਇਹੋ ਜਿਹਾ ਜਿਹੜਾ ਦੂਜੀ ਸ਼੍ਰੇਣੀ ਦਾ ਮਨੁੱਖ ਹੈ ਉਹ ਆਨੰਦ ਭੋਗਣਾ ਕਰਦਾ, ਕਿਉਂਕਿ ਉਹਦੇ ਪਾਪ ਘੱਟ ਸਨ ਤੇ ਪੁੰਨ ਜ਼ਿਆਦਾ ਸਨ। ਇਸ ਕਰਕੇ ਪਾਪ ਜ਼ਿਆਦਾ ਘੱਟ ਹੋਣ ਕਰਕੇ, ਪੁੰਨ ਜ਼ਿਆਦਾ ਹੋਣ ਕਰਕੇ ਫਿਰ ਉਹ ਆਨੰਦ ਭੋਗਦਾ ਹੈ। ਜੇ ਅਗ ਅਧਿਕ ਹੋਏ ਤਿਸ ਕੇਰੇ, ਪੁੰਨ ਵਿਆੜ ਅਗ ਤੇ ਦੁਖ ਹੇਰੇ। ਤੇ ਜੇਕਰ ਅੱਗ ਦਾ ਅਰਥ ਹੈ ਪਾਪ ਅਧਿਕ ਹੋਏ, ਪਾਪ ਵੱਧ ਹੋਣ ਉਸ ਮਨੁੱਖ ਦੇ, ਜਿਹੜਾ ਮਨੁੱਖ ਪਾਪ ਜ਼ਿਆਦਾ ਕਰਦਾ ਹੈ, ਪੁੰਨ ਵਿਆੜ ਅਗ ਤੇ ਦੁਖ ਹੇਰੇ। ਫਿਰ ਪੁੰਨਾਂ ਦੇ ਬਰਾਬਰ ਰੱਖ ਕੇ ਪਾਪ ਤੋਲੇ ਜਾਂਦੇ, ਪਾਪਾਂ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਹੈ। ਤੇ ਜੇਕਰ ਪਾਪਾਂ ਵਾਲੀ ਕਿਰਤ ਵੱਧ ਗਈ, ਪਾਪ ਵੱਧ ਗਏ, ਫਿਰ ਉਹਨਾਂ ਪਾਪਾਂ ਦੇ ਕਾਰਨ ਮਨੁੱਖ ਦੁੱਖ ਵੇਖਦਾ ਹੈ। ਦੁੱਖ ਹੇਰੇ, ਹੇਰੇ ਦਾ ਅਰਥ ਹੁੰਦਾ ਵੇਖਣਾ, ਤੱਕਣਾ। ਫਿਰ ਉਹ ਵਧੇ ਹੋਏ ਪਾਪਾਂ ਦੇ ਦੁੱਖਾਂ ਨੂੰ ਝੱਲਦਾ ਵੇਖਦਾ ਹੈ। ਤਿਨ ਕੇ ਪੁੰਨ ਹੋਏ ਬਲਵਾਨ, ਪਾਪ ਨਿਬਲ ਹੋਏ ਅਸ ਨਰ ਜਾਨ। ਤੇ ਜਿਹੜੇ ਨਿਸ਼ਕਾਮੀ ਆ ਨਾ, ਜਿਨ੍ਹਾਂ ਦੀ ਗੱਲ ਚੱਲ ਰਹੀ ਹੈ, ਇਹੋ ਜਿਹੇ ਮਨੁੱਖ ਕਿਤੇ ਜਾਂ ਕਿਤੇ ਅਣਜਾਣੇ ਵਿੱਚ ਉਹਨਾਂ ਕੋਲੋਂ ਪਾਪ ਹੋ ਜਾਵੇ, ਨਹੀਂ ਤੇ ਉਹ ਪੁੰਨ ਹੀ ਕਰਦੇ ਨੇ। ਕਿਉਂਕਿ ਉਹਨਾਂ ਦੇ ਪੁੰਨ ਕਰਨ ਕਰਕੇ ਉਹਨਾਂ ਦੇ ਪੁੰਨ ਜਿਹੜੇ ਬਲਵਾਨ ਹੋ ਜਾਂਦੇ, ਪੁੰਨ ਜਿਹੜੇ ਉਹ ਜ਼ਿਆਦਾ ਤਾਕਤਵਰ ਹੋ ਜਾਂਦੇ ਹਨ। ਤ੍ਰਿਤੀਏ ਅਹ ਉਪਾਸਕ ਜੋਏ, ਭਗਤ ਪਰਾਇਣ ਮਨ ਹੋਏ ਸੋਏ। ਤੇ ਜਿਨ੍ਹਾਂ ਦੇ ਪੁੰਨ ਬਲਵਾਨ ਹੋ ਗਏ, ਪਾਪ ਨਿਬਲ ਹੋਏ ਅਸ ਨਰ ਜਾਨ। ਐਸੋ ਜੇ ਨਰ ਮਨੁੱਖ ਬਾਰੇ ਜਾਣ ਲਓ ਕਿ ਉਹਦੇ ਪਾਪ ਕਮਜ਼ੋਰ ਪੈ ਜਾਂਦੇ ਨੇ, ਤੇ ਕਮਜ਼ੋਰ ਪਾਪ ਫਿਰ ਛੇਤੀ ਢਹਿ ਜਾਂਦੇ, ਮੁੱਕ ਜਾਂਦੇ ਨੇ। ਤ੍ਰਿਤੀਏ, ਤ੍ਰਿਤੀਏ ਦਾ ਅਰਥ ਹੈ ਤੀਜੇ, ਤੀਜੀ ਕਿਸਮ ਦੇ ਲੋਕ ਉਹ ਜਾਣ ਲਓ, ਉਪਾਸਕ ਜੋ ਜਿਹੜੇ ਉਪਾਸਨਾ ਕਰਦੇ ਨੇ। ਉਪਾਸਨਾ ਦਾ ਅਖਰੀ ਅਰਥ ਹੁੰਦਾ ਪੂਜਾ ਕਰਨੀ। ਜਿਹੜੇ ਪੂਜਾ ਕਰਦੇ ਮਾਲਕ ਦੇ ਉਪਾਸਕ ਨੇ, ਪੂਜਾ ਕਰਨ ਵਾਲੇ ਨੇ। ਭਗਤ ਪਰਾਇਣ ਮਨ ਹੋਏ ਸੋਏ, ਉਹਨਾਂ ਦਾ ਜਿਹੜਾ ਮਨ ਨਾ ਭਗਤੀ ਦੇ ਪਰਾਇਣ ਹੋ ਕੇ ਰਹਿੰਦਾ। ਪਰਾਇਣ ਦਾ ਅਰਥ ਹੁੰਦਾ ਆਸਰਾ, ਸਹਾਰਾ। ਪਰਮੇਸ਼ਰ ਦੀ ਭਗਤੀ ਕਰਦੇ ਹੋਏ ਭਗਤੀ ਦੇ ਆਸਰੇ ਹੋ ਕੇ ਉਹਨਾਂ ਦਾ ਮਨ ਟਿਕਿਆ ਰਹਿੰਦਾ ਹੈ। ਪਾਪ ਨਹੀਂ ਠਾਨੈ ਸੋ ਜਾਨ, ਹੋਏ ਜੇ ਕਦਾਚਿਤ ਅਗ ਅਨਜਾਨ। ਇਹੋ ਜਿਹੇ ਤੀਜੀ ਕਿਸਮ ਦੇ ਮਨੁੱਖ ਨਾ ਕਦੀ ਪਾਪ ਨਹੀਂ ਕਰਦੇ। ਤੇ ਜੇਕਰ ਕਿਤੇ ਕਦਾਚਿਤ ਜਾਣੇ ਅਣਜਾਣੇ ਕਿਤੇ ਉਹਨਾਂ ਕੋਲੋਂ ਕੋਈ ਪਾਪ ਭੁੱਲ ਅਣਜਾਣ ਪੁਣੇ ਵਿੱਚ ਹੋ ਜਾਵੇ, ਰੁਜ ਕਰ ਧਰਮ ਕਰੇ ਹਰ ਖਾਏ, ਅਗ ਕੋ ਵਿਆੜ ਸਦਾ ਸੁਖ ਪਾਏ। ਉਹ ਫਿਰ ਰੁਚੀ ਕਰਕੇ ਹੋਰ ਧਰਮ ਕਮਾਉਂਦੇ ਨੇ, ਹੋਰ ਧਰਮ ਦੇ ਕਾਰਜ ਕਰਕੇ, ਜਪ ਤਪ ਸਿਮਰਨ ਕਰਕੇ ਖੁਸ਼ ਪ੍ਰਸੰਨ ਹੁੰਦੇ ਨੇ। ਅਗ ਕੋ ਵਿਆੜ ਸਦਾ ਸੁਖ ਪਾਏ। ਤੇ ਅੱਗ ਕੋ,
ਅੱਗ ਪਾਪਾਂ ਦੇ ਵਿਆੜ ਹਿਸਾਬ ਕਿਤਾਬ ਕਰਕੇ, ਕਿਉਂਕਿ ਉਹਦੇ ਪਾਪ ਬਿਲਕੁਲ ਨਾ ਮਾਤਰ ਨੇ, ਇਸ ਵਾਸਤੇ ਉਹ ਸਦਾ ਹੀ ਸੁਖ ਪਾਉਂਦਾ ਹੈ। ਰਹਿ ਨਿਕਟ ਵਰਤੀ ਪ੍ਰਭ ਕੇਰੇ, ਜਨਮ ਮਰਨ ਕੇ ਪਰ ਹਰ ਫੇਰੇ। ਇਹੋ ਜਿਹੇ ਗੁਰਮੁਖ ਜਿਹੜੇ ਨੇ ਉਹ ਪ੍ਰਭੂ ਦੇ ਨੇੜੇ ਰਹਿੰਦੇ ਨੇ, ਰੱਬ ਦੇ ਪਰਮੇਸ਼ਰ ਦੇ ਨਿਕਟ ਵਰਤੀ ਹੁੰਦੇ ਨੇ। ਜੰਮਣ ਤੇ ਮਰਨ ਦੇ ਜਿਹੜੇ ਫੇਰੇ ਚੱਕਰ ਨੇ ਪਰ ਹਰ ਉਹ ਦੂਰ ਕਰ ਦਿੰਦੇ ਨੇ। ਜਿਵੇਂ ਜਪਜੀ ਸਾਹਿਬ 'ਚ ਲਿਖਿਆ ਕਿ ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਜਨ ਜਨਮ ਮਰਨ ਕੇ ਪਰ ਹਰ ਫੇਰੇ, ਜਿਹੜੇ ਆਵਾਗਮਨ ਹੋਤ ਹੈ ਫੁਨ ਫੁਨ, ਇਹ ਬਿਦ ਕਬੋ ਨਾ ਚੁੱਕੇ। ਜਿਹੜਾ ਸਿਲਸਿਲਾ ਮੁੱਕਣ ਵਾਲਾ ਨਹੀਂ, ਉਹਨਾਂ ਦਾ ਮੁੱਕ ਜਾਂਦਾ ਹੈ। ਉਹ ਜੰਮਣ ਮਰਨ ਦੇ ਚੱਕਰ ਜਿਹੜੇ ਸਾਰੇ ਮੁਕਾ ਲੈਂਦੇ, ਤਿਆਗ ਦਿੰਦੇ ਹਨ। ਪ੍ਰਾਬਲਦ ਬਸ ਤੇਜੇ ਜਨਮੈ, ਭਗਤ ਕਰਤ ਗਿਆਨੀ ਹੋਏ ਮਨ ਮੈਂ। ਹਾਂ, ਉਹਨਾਂ ਦਾ ਜਨਮ ਕਿਤੇ ਪਰਾ ਲਬਦ ਅਨੁਸਾਰ ਹੋ ਜਾਵੇ, ਇਸ ਸੰਸਾਰ ਵਿੱਚ ਦੁਬਾਰਾ ਆ ਜਾਣ, ਫਿਰ ਕੀ ਕਰਦੇ ਨੇ? ਭਗਤ ਕਰਤ ਗਿਆਨੀ ਹੋਏ ਮਨ ਵਿੱਚ ਗਿਆਨਵਾਨ ਹੋ ਕੇ ਉਹ ਭਗਤੀ ਕਰਦੇ ਨੇ, ਕਿਉਂਕਿ ਉਹਨਾਂ ਦੇ ਪੂਰਬਲੇ ਸੰਸਕਾਰ ਬੜੇ ਚੰਗੇ ਹੁੰਦੇ ਨੇ, ਤੇ ਉਹਨਾਂ ਸੰਸਕਾਰਾਂ ਅਨੁਸਾਰ ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ ਕਿ ਤੁਸੀਂ ਸ਼ੁਭ ਕਰਮ ਕਰੋ। ਥੋੜਾ ਹੀ ਜਪ ਕਰਨ ਤੇ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਸਿਮਰਨ ਚੱਲ ਪੈਂਦਾ ਹੈ, ਮਾਲਕ ਦੀ ਰਹਿਮਤ ਹੋ ਜਾਂਦੀ ਹੈ, ਕਿਉਂਕਿ ਉਹਨਾਂ ਦੇ ਪਿਛਲੇ ਕਰਮ ਚੰਗੇ ਹੁੰਦੇ ਨੇ। ਤੇ ਪਰਾਲਬਧ ਕੀ ਹੈ? ਇਹਦੇ ਬਾਰੇ ਤਾਂ ਬੜੀ ਵਾਰੀ ਆਪ ਜੀ ਨੇ ਸੁਣਿਆ ਹੈ। 3 ਪ੍ਰਕਾਰ ਦੇ ਕਰਮ ਵਿਦਾਂਤ ਵਾਲੇ ਮੰਨਦੇ ਨੇ। ਕਿਰੇਮਾਨ ਕਰਮ ਜਿਹੜੇ ਅਸੀਂ ਅੱਜ ਕਰਦੇ ਪਏ ਨੂੰ ਕਿਰੇਮਾਨ ਕਰਮ ਆਂਦੇ ਨੇ। ਸੰਚਿਤ ਕਰਮ ਹੁੰਦੇ ਨੇ ਜਿਹੜੇ ਜਮ੍ਹਾਂ ਹੋ ਜਾਣ, ਇਕੱਠੇ ਹੋ ਜਾਣ। ਸੰਚਿਤ ਕਰਮਾਂ ਦੇ ਵਿੱਚੋਂ ਜਦੋਂ ਕਿਸੇ ਕਰਮ ਦਾ ਫਲ ਭੋਗਣ ਵਾਸਤੇ ਜੀਵ ਸੰਸਾਰ ਤੇ ਆਉਂਦਾ, ਉਹਨੂੰ ਪਰਾਲਬਧ ਕਹਿੰਦੇ ਨੇ। ਇਹ ਵਿਦਾਂਤ ਮਤ ਦਾ ਖਿਆਲ ਹੈ। ਸੋ ਪਰਾਲਬਧ ਬਸ ਤੇ ਜੇ ਜਨਮੈ, ਜੇਕਰ ਪਰਾਲਬਧ ਦੇ ਅਧੀਨ ਹੋ ਕਰਕੇ ਉਹ ਜਨਮ ਲੈ ਲੈਣ, ਫਿਰ ਕੀ ਕਰਦੇ ਨੇ? ਫਿਰ ਵੀ ਉਹ ਭਗਤੀ ਕਰਦੇ ਨੇ, ਪ੍ਰਭੂ ਪਰਮਾਤਮਾ ਦਾ ਗਿਆਨ ਮਨ ਚ ਧਾਰਨ ਕਰਦੇ ਹਨ। ਜਨਮ ਮਰਨ ਕੇ ਬੰਧਨ ਹਾਨੈ, ਪਦ ਨਿਰਵਾਣ ਮਿਲੈ ਤਤ ਜਾਣੈ। ਉਹ ਜੰਮਣ ਤੇ ਮਰਨ ਦੇ ਜਿਹੜੇ ਵੱਡੇ ਬੰਧਨ ਨਾ ਰੁਕਾਵਟਾਂ ਹਾਨੇ ਨਾਸ਼ ਕਰ ਲੈਂਦੇ ਨੇ, ਉਹਨਾਂ ਦੇ ਜੰਮਣ ਮਰਨ ਦੇ ਬੰਧਨ ਮੁੱਕ ਜਾਂਦੇ ਨੇ। ਤੇ ਪਦ ਨਿਰਵਾਣ, ਉਹ ਪਦ ਜਿਹੜਾ ਨਿਰਵਾਣ ਪਦ ਹੈ। ਨਿਰਵਾਣ ਦਾ ਅਰਥ ਹੁੰਦਾ ਵਾਸ਼ਨਾ ਰਹਿਤ ਪਦਵੀ। ਉਹ ਪਦਵੀ ਜਿੱਥੇ ਕਦੀ ਵਾਸ਼ਨਾ ਨਹੀਂ ਫੁਰਦੀ, ਕਦੀ ਸੰਕਲਪ ਨਹੀਂ ਉੱਠਦਾ ਕਿ ਆ ਮਿਲ ਜਾਏ, ਉਸ ਨੂੰ ਨਿਰਵਾਣ ਪਦ ਆਖਿਆ ਗੁਰਮਤਿ ਦੇ ਵਿੱਚ। ਪਦ ਨਿਰਵਾਣ ਮਿਲੇ ਤਤ ਜਾਣੈ, ਜਿਨ੍ਹਾਂ ਨੇ ਤਤ ਜਾਣ ਲਿਆ ਨਾ, ਸਿਧਾਂਤ ਨੂੰ ਜਾਣਿਆ, ਉਹਨਾਂ ਨੂੰ ਉੱਤਮ ਪਦਵੀ ਪ੍ਰਾਪਤ ਹੋ ਗਈ, ਨਿਰਵਾਣ ਪਦ ਪ੍ਰਾਪਤ ਹੋ ਗਿਆ। ਇੱਕ ਸਹਿਕਾਮੀ ਭਗਤ ਜੇ ਹੋਏ, ਤਨ ਤਜ ਸੁਰਗ ਭੋਗ ਕਰ ਸੋਏ। ਤੇ ਜਿਹੜੇ ਤੁਹਾਨੂੰ ਪਹਿਲੀ ਕਿਸਮ ਦੇ ਦੱਸੇ ਸਨ, ਉਹ ਵੀ ਸਹਿਕਾਮੀ ਸਨ, ਪਰ ਇੱਕ ਸਹਿਕਾਮੀ ਉਹ ਹੁੰਦੇ ਜਿਹੜੇ ਭਗਤੀ ਕਰਦੇ, ਬੰਦਗੀ ਕਰਦੇ ਨੇ, ਪਰ ਕਾਮਨਾ ਕੋਈ ਨਾ ਕੋਈ ਮਨ ਵਿੱਚ ਰਹਿੰਦੀ ਹੈ। ਇੱਕ ਸਹਿਕਾਮੀ ਭਗਤ ਜੇ ਹੋਏ, ਇੱਕ ਜਿਹੜੇ ਭਗਤ ਇੱਛਾ ਦੇ ਕਾਮਨਾ ਦੇ ਸਹਿਤ ਹੁੰਦੇ ਨੇ, ਤਨ ਤਜ ਸਰੀਰ ਨੂੰ ਛੱਡਣ ਤੋਂ ਬਾਅਦ ਸੁਰਗ ਭੋਗ ਕਰ ਸੋਏ, ਉਹ ਸਵਰਗਾਂ ਦੇ ਸੁੱਖ ਭੋਗ ਕਰਕੇ। ਬਹੁਰ ਧਨੀ ਕੇ ਗ੍ਰਹਿ ਤਨ ਧਾਰੈ, ਸਤ ਸੰਗਤ ਮਿਲ ਜਨਮ ਸੁਧਾਰੈ। ਫਿਰ ਉਹ ਕਿਸੇ ਅਮੀਰ ਦੇ ਘਰ ਦੇ ਵਿੱਚ, ਧਨੀ ਦੇ ਘਰ ਵਿੱਚ ਜਨਮ ਲੈਂਦੇ ਨੇ, ਜਿੱਥੇ ਉਹਨਾਂ ਨੂੰ ਧਨ ਵਿਭੂਤੀ ਦੀ ਵੀ ਕਮੀ ਨਾ ਰਹੇ ਤੇ ਨਾਮ ਸਿਮਰਨ ਦੀ ਵੀ ਉਹਨਾਂ ਨੂੰ ਉਹ ਦਾਤ ਮਿਲ ਸਕੇ, ਜਿਹੋ ਉਹੋ ਜਿਹਾ ਵਸੀਲਾ ਸਾਰਾ ਬਣ ਸਕੇ, ਇਹੋ ਜਿਹੇ ਘਰ ਵਿੱਚ ਉਹ ਜਨਮ ਲੈਂਦੇ ਨੇ। ਕਿਉਂਕਿ ਸ਼ਾਸਤਰਾਂ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਸ਼ੁਭ ਕੁਲ ਜਨਮ ਸਰੂਪ ਤਨ ਭੋਗ ਭੂਪ ਆਪਤ, ਕਿ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ, ਇਹ ਧਰਮ ਜਾਨ ਫਲ ਸੱਤ, ਇਹ ਧਰਮੀ ਮਨੁੱਖ ਦੇ ਤਾਈਂ ਸੱਤਾਂ, ਇਹ 7 ਫਲ ਨੇ ਜਿਹਨੇ ਧਰਮ ਕਮਾਇਆ ਹੋਵੇ। ਹੁਣ ਬੰਦਗੀ ਕਰਨ ਨਾਲੋਂ ਵੱਡਾ ਧਰਮ ਕਿਹੜਾ ਹੋ ਸਕਦਾ ਹੈ? ਧਰਮ ਜਾਨ ਫਲ 7, ਇਹ ਧਰਮ ਦੇ 7 ਫਲ ਨੇ। ਕਿਹੜੇ ਫਲ ਨੇ? ਸ਼ੁਭ ਕੁਲ ਜਨਮ ਸਰੂਪ ਤਨ ਭੋਗ ਭੂਪ ਆਪਤ। ਆਪਤ ਦਾ ਅਰਥ ਹੁੰਦਾ ਪੁੱਤ ਪੋਤਰੇ, ਗਾਂ ਦੀ ਗਾਂ ਬਹੁਤ ਲੰਮੀ ਅੰਸ ਬੰਸ ਹੋਣੀ, ਉਮਰ ਆਪਣੀ ਲੰਮੀ ਹੋਣੀ, ਤੇ ਪੁੱਤ ਪੋਤਰੇ ਵੀ ਗਾਂ ਵੇਖਣੇ। ਸ਼ੁਭ ਕੁਲ, ਚੰਗੀ ਕੁਲ ਵਿੱਚ ਜਨਮ ਹੋਣਾ,
ਸਰੂਪ ਤਨ ਸਰੀਰ ਦਾ ਸਰੂਪ ਬੜਾ ਸੋਹਣਾ ਸੁਨੱਖਾ ਹੋਣਾ, ਸ਼ੁਭ ਕੁਲ ਜਨਮ ਸਰੂਪ ਤਨ ਭੋਗਾਂ ਨੂੰ ਭੋਗਣਾ, ਭਾਵ ਕਿ ਹਰ ਤਰ੍ਹਾਂ ਦਾ ਪਦਾਰਥ ਕੋਲ ਹੋਣਾ, ਭੂਪ ਰਾਜਾ ਬਣ ਜਾਣਾ। ਸੋ ਇਸ ਤਰ੍ਹਾਂ ਇਹ 7 ਫਲ ਲਿਖੇ ਨੇ ਧਰਮੀ ਮਨੁੱਖ ਵਾਸਤੇ ਕਿ 7 ਫਲ ਸ਼ਾਸਤਰਾਂ ਅਨੁਸਾਰ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਜਿਹੜਾ ਧਰਮ ਕਮਾਉਂਦਾ। ਬਹੁਰ ਧਨੀ ਕੇ ਗ੍ਰਹਿ ਤਨ ਧਾਰੈ, ਇਹੋ ਜਿਹੇ ਮਨੁੱਖ ਫਿਰ ਕਿਸੇ ਅਮੀਰ ਦੇ ਘਰ ਵਿੱਚ ਜਨਮ ਧਾਰਦੇ ਨੇ। ਸਤ ਸੰਗਤ ਮਿਲ ਜਨਮ ਸੁਧਾਰੇ, ਉਹ ਸਾਧ ਸੰਗਤ 'ਚ ਮਿਲ ਕਰਕੇ ਜਨਮ ਸੁਧਾਰ ਲੈਂਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਰਾਜਾ ਹੈ, ਗਗਨੌਰ ਦਾ ਰਾਜਾ ਸੀ, ਦਾ ਨਾਮ ਹੈ ਪੀਪਾ। ਇਹ ਦੋਵੇਂ ਪਤੀ ਪਤਨੀ ਬੜੇ ਧਰਮੀ ਨੇਕ ਸਨ। ਹੁਣ ਰਾਜੇ ਦੇ ਕੋਲ ਅਜਿਹੀ ਦਾਤ ਹੋਣੀ ਬੜੀ ਵੱਡੀ ਗੱਲ ਹੈ, ਕਿਉਂਕਿ ਰਾਜੇ ਭੋਗੀ ਹੁੰਦੇ ਸਨ, ਵਿਲਾਸੀ ਹੁੰਦੇ ਸਨ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਉਸ ਰਾਜੇ ਨੂੰ ਸਤਿਗੁਰੂ ਨੇ ਆਪਣੇ ਬਰਾਬਰ ਬਿਠਾਇਆ, ਉਹਦੀ ਬਾਣੀ ਲਿਖੀ ਹੈ ਤੇ ਉਹਨਾਂ ਦੱਸਿਆ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪਰਨਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ। ਉਹਨਾਂ ਰਾਜ ਭਾਗ ਹੀ ਛੱਡ ਦਿੱਤਾ ਦੋਵਾਂ ਜੀਆਂ ਨੇ, ਰਾਤ ਦਿਨ ਸਿਮਰਨ ਸਾਧ ਨਾਲ ਜੁੜੇ ਰਹਿੰਦੇ ਸਨ। ਰਾਜਾ ਪੀਪਾ ਜੀ 15 ਭਗਤਾਂ ਵਿੱਚ ਉਹਨਾਂ ਦੀ ਗਿਣਤੀ ਹੈ। ਇਹੋ ਜਿਹੇ ਗੁਰਮੁਖ ਜਿਹੜੇ ਨਾ ਸਤਿਗੁਰ ਮਿਲ ਜਨਮ ਸੁਧਾਰੈ, ਉਹ ਸਤਿਗੁਰੂ ਨੂੰ ਮਿਲ ਕਰਕੇ ਆਪਣਾ ਜਨਮ ਸੁਧਾਰ ਜਾਂਦੇ, ਸਫਲ ਕਰ ਜਾਂਦੇ ਹਨ। ਮੁਕਤ ਲਹਿ ਬੰਧਨ ਕੋ ਤਿਆਗੈ, ਇਕ ਨਿਸ਼ਕਾਮ ਭਗਤ ਅਨੁਰਾਗੈ। ਸੋ ਮੁਕਤ ਲਹੈ, ਉਹ ਮੁਕਤ ਹੋ ਜਾਂਦੇ ਨੇ ਤੇ ਫਿਰ ਬੰਧਨਾਂ ਨੂੰ ਸਾਰਿਆਂ ਨੂੰ ਤਿਆਗ ਦਿੰਦੇ। ਜਦੋਂ ਬੰਧਨ ਹੀ ਮੁੱਕ ਗਏ ਫਿਰ ਮੁਕਤੀ ਮੁਕਤ ਹੈ। ਬੰਧਨ ਹੀ ਜਿਹੜੇ ਇਹ ਰੁਕਾਵਟ ਹਨ, ਜਦੋਂ ਬੰਧਨ ਮੁੱਕ ਗਏ ਫਿਰ ਮੁਕਤ ਹੈ। ਮੁਕਤ ਲਹੈ ਬੰਧਨ ਕੋ ਤਿਆਗੈ, ਮੁਕਤੀ ਪ੍ਰਾਪਤ ਕਰ ਲੈਂਦੇ ਤੇ ਬੰਧਨਾਂ ਨੂੰ ਤਿਆਗ ਦਿੰਦੇ, ਛੱਡ ਦਿੰਦੇ ਨੇ। ਇੱਕ ਨਿਸ਼ਕਾਮ ਭਗਤ ਅਨੁਰਾਗੇ, ਇੱਕ ਉਹ ਭਗਤ ਨੇ ਜਿਹੜੇ ਨਿਸ਼ਕਾਮ ਨੇ, ਕੋਈ ਕਾਮਨਾ ਕੋਈ ਇੱਛਾ ਮਨ ਵਿੱਚ ਨਹੀਂ ਹੁੰਦੀ, ਤੇ ਕੇਵਲ ਅਨੁਰਾਗੇ ਦਾ ਅਰਥ ਹੁੰਦਾ ਹੈ ਪ੍ਰੇਮ ਪਿਆਰ। ਕੇਵਲ ਭਗਤ ਕੀਰਤਨ ਸੰਗ ਜਾਗੈ, ਉਹਨਾਂ ਦਾ ਪਿਆਰ ਹੁੰਦਾ ਹੈ ਭਗਤੀ ਕਰਨ ਨਾਲ। ਇੱਕ ਇਹੋ ਜਿਹੇ ਪ੍ਰੇਮੀ ਹਨ, ਪਰਾ ਲਬਦ ਬਸ ਜਨਮ ਜੇ ਧਰਤੇ। ਸੋ ਸੰਤਨ ਕੇ ਘਰ ਮਹਿ ਅਵਤਰਤੇ, ਪਰਾ ਲਬਦ ਦੇ ਅਨੁਸਾਰ ਜੇਕਰ ਉਹ ਜਨਮ ਧਾਰਨ ਕਰ ਲੈਣ ਤਾਂ ਉਹਨਾਂ ਦਾ ਜਨਮ ਜਿਹੜਾ ਹੈ ਸੰਤਾਂ ਕਿਸੇ ਰੱਬ ਦੇ ਪਿਆਰੇ ਦੇ ਘਰ ਵਿੱਚ ਹੁੰਦਾ ਹੈ। ਉਹਨੂੰ ਬਾਹਰ ਨਹੀਂ ਭਾਲਣਾ ਪੈਂਦਾ, ਉਹਨੂੰ ਘਰ ਵਿੱਚੋਂ ਦਾਤ ਮਿਲ ਜਾਂਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰਹਿ ਚੁੱਕੇ ਜਥੇਦਾਰ ਸੰਤ ਬਾਬਾ ਵਿਸਾਖਾ ਸਿੰਘ ਜੀ ਦਦੇਰ ਵਾਲੇ ਬੜੀ ਗੁਰਮੁਖ ਆਤਮਾ ਸੀ, ਤੇ ਉਹਨਾਂ ਦੇ ਤਾਇਆ ਜੀ ਸਨ ਬਾਬਾ ਨਿਹਾਲ ਸਿੰਘ, ਉਹਨਾਂ ਕੋਲੋਂ ਇਹ ਦਾਤ ਪ੍ਰਾਪਤ ਹੋ ਗਈ, ਘਰ ਵਿੱਚੋਂ ਹੀ ਦਾਤ ਮਿਲ ਗਈ ਸੀ। ਕਿਉਂਕਿ ਮਾਲਕ ਉਹੋ ਜਿਹੀ ਵਿਧੀ ਬਣਾ ਦਿੰਦਾ ਹੈ, ਉਹਨਾਂ ਨੂੰ ਭਟਕਣਾ ਨਹੀਂ ਪੈਂਦਾ। ਸੋ ਇੱਕ ਇਹੋ ਜਿਹੇ ਗੁਰਮੁਖ ਹੁੰਦੇ ਨੇ, ਜੇਕਰ ਕਿਤੇ ਉਹ ਸੰਸਾਰ ਤੇ ਆਉਣ ਨਾ ਤੇ ਉਹਨਾਂ ਦਾ ਕਿਸੇ ਚੰਗੇ ਘਰ ਵਿੱਚ, ਕਿਸੇ ਗੁਰਮੁਖ ਦੇ ਸੰਤ ਦੇ ਘਰ ਵਿੱਚ ਜਨਮ ਹੁੰਦਾ ਹੈ। ਕਰਤ ਭਗਤ ਲਹਿ ਆਤਮ ਗਿਆਨ, ਪ੍ਰਾਪਤ ਹੋਤ ਪੁਨః ਨਿਰਵਾਨ। ਤੇ ਉਹਨਾਂ ਨੂੰ ਭਗਤੀ ਪ੍ਰਾਪਤ ਹੁੰਦੀ ਹੈ। ਕਰਤ ਭਗਤ, ਪਹਿਲਾਂ ਭਗਤੀ ਪ੍ਰਾਪਤ ਹੋਈ ਤੇ ਭਗਤ ਕਰਦਿਆਂ ਕਰਦਿਆਂ ਭਗਤੀ ਕਰਕੇ ਲਹਿ ਆਤਮ ਗਿਆਨ, ਆਤਮ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਨੇ। ਤੇ ਇਸ ਤਰ੍ਹਾਂ ਆਤਮ ਗਿਆਨ ਪ੍ਰਾਪਤ ਕਰਕੇ ਪ੍ਰਾਪਤ ਹੋਤ ਪੁਨః ਨਿਰਵਾਨ, ਉਹਨਾਂ ਨੂੰ ਫਿਰ ਨਿਰਵਾਨ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਮ ਸੌਗਾਤ ਬਾਜ ਕੈ ਬਾਜੀ, ਇਕ ਪਠ ਦੇਤ ਰਹਿਤ ਪੁਨ ਰਾਜੀ। ਜਿਵੇਂ ਸੁਗਾਤਾਂ ਭੇਜਣ ਵਾਲੇ ਤੇ ਕੋਈ ਨਾ ਕੋਈ ਘੋੜਾ ਜਾਂ ਕੋਈ ਬਾਜੀ ਘੋੜੀ ਭੇਜ ਕੇ ਰਾਜੇ ਨੂੰ ਖੁਸ਼ ਕਰ ਦਿੰਦੇ ਨਾ, ਇੱਕ ਪੱਠ ਦੇਤ ਰਹਿਤ ਪੁਨ ਰਾਜੀ, ਰਾਜਾ ਫਿਰ ਉਹਨਾਂ ਤੇ ਰਾਜੀ ਰਹਿੰਦਾ ਹੈ, ਖੁਸ਼ ਪ੍ਰਸੰਨ ਰਹਿੰਦਾ ਜੀ ਇਹਨੇ ਇਹ ਤੋਹਫਾ ਭੇਜਿਆ ਹੈ, ਇਹਨੇ ਨਜ਼ਰਾਨਾ ਭੇਜਿਆ ਹੈ। ਤੇ ਉਹ ਜਿਹੜੇ ਸਗਾਤ ਭੇਜਣ ਵਾਲੇ ਜਿਹੜੇ ਇਸ ਕਿਸਮ ਦੇ ਲੋਕ ਨੇ, ਉਹ ਰਾਜਾ ਉਹਨਾਂ ਤੇ ਖੁਸ਼ ਰਹਿੰਦਾ ਹੈ। ਤਥਾ ਭਜਨ ਕਰ ਸੁਖੀ ਰਹੰਤੇ, ਜੇ ਗਿਆਨੀ ਜਗ ਕੂਰ ਲਖੰਤੇ। ਇਸੇ ਤਰ੍ਹਾਂ ਜਿਹੜੇ ਨਿਸ਼ਕਾਮੀ ਭਗਤ ਆ ਨਾ, ਉਹ ਭਜਨ ਬੰਦਗੀ ਕਰਦੇ ਹੋਏ ਸੁਖੀ ਰਹੰਤੇ, ਸੁਖੀ ਰਹਿੰਦੇ ਨੇ ਇਸ ਸੰਸਾਰ ਦੇ ਵਿੱਚ। ਹਲਤ ਸੁਖ ਪਲਤ ਸੁਖ ਨਿਤ ਸੁਖ, ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਉਹ ਸਦਾ ਹੀ ਸੁਖੀ ਹਨ, ਉਹ ਸਦਾ ਸੁਖੀ ਰਹਿੰਦੇ ਨੇ ਭਜਨ ਕਰਦੇ ਹੋਏ।
ਜੇ ਗਿਆਨੀ ਜਗ ਕੂੜ ਲਖੰਤੇ, ਜਿਹੜੇ ਗਿਆਨੀ ਨਾ ਗਿਆਨਵਾਨ ਉਹ ਸੰਸਾਰ ਨੂੰ ਕੂੜਾ ਸਮਝ ਲੈਂਦੇ, ਝੂਠਾ ਜਾਣ ਲੈਂਦੇ ਨੇ। ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾਰੀ। ਉਹ ਸਾਰਾ ਕੁਝ ਉਹਨਾਂ ਨੂੰ ਸਮਝ ਪੈ ਜਾਂਦਾ ਕਿ ਸਾਰਾ ਕੁਝ ਨਾਸ਼ਵੰਤ ਤੇ ਝੂਠਾ ਹੈ। ਤਨ ਅਰ ਕਰਮ ਝੂਠ ਸਭ ਜਾਣੈ, ਹੰਤਾ ਮਮਤਾ ਕਬਹੂ ਨ ਠਾਨੈ। ਉਹ ਜਿਹੜੇ ਗੁਰਮੁਖ ਹੈ ਨਾ ਨਿਸ਼ਕਾਮੀ ਭਗਤ, ਉਹ ਤਨ ਤੇ ਕਰਮ ਦੋਵਾਂ ਨੂੰ ਝੂਠਾ ਸਮਝ ਲੈਂਦੇ ਨੇ। ਤਨ ਸਰੀਰ ਔਰ ਕਰਮ, ਸਰੀਰ ਦੁਆਰਾ ਹੀ ਕਰਮ ਕੀਤਾ ਜਾਂਦਾ ਹੈ। ਝੂਠ ਸਭ ਜਾਣੈ, ਉਹ ਸਾਰਾ ਕੁਛ ਝੂਠਾ ਜਾਣ ਲੈਂਦੇ ਨੇ। ਤੇ ਤਨ ਦੀ ਤੇ ਮਨ ਦੀ ਜਿਹੜੀ ਹੰਤਾ ਮਮਤਾ ਹੈ, ਹੰਗਤਾ ਤੇ ਮਮਤਾ ਮੇਰ ਤੇਰ ਕਬੂ ਨਾ ਠਾਨੇ, ਕਦੀ ਵੀ ਧਾਰਨ ਨਹੀਂ ਕਰਦੇ। ਉਹ ਮਨ ਵਿੱਚ ਮੈਂ ਮੇਰੀ ਹਉਮੈ ਹੰਕਾਰ ਨੂੰ ਨਹੀਂ ਰੱਖਦੇ। ਜਿਉ ਸੂਰਜ ਢਿਗ ਤਮ ਨਹਿ ਜਾਏ, ਤਥਾ ਕਰਮ ਤਿਨ ਕੋ ਨ ਲਿਪਾਏ। ਜਿਵੇਂ ਸੂਰਜ ਢਿਗ ਪਾਸ, ਸੂਰਜ ਦੇ ਨੇੜੇ ਤਮ ਨਾ ਜਾਏ। ਕਦੀ ਕਿਸੇ ਨੇ ਨਹੀਂ ਵੇਖਿਆ ਅੱਜ ਤੱਕ, ਸਦੀਆਂ ਦੀਆਂ ਸਦੀਆਂ ਯੁੱਗਾਂ ਦੇ ਯੁੱਗ ਗੁਜ਼ਰ ਗਏ ਕਿ ਸੂਰਜ ਦੇ ਕੋਲ ਹਨੇਰਾ ਹੋਵੇ। ਜਿਵੇਂ ਸੂਰਜ ਦੇ ਕੋਲ ਹਨੇਰਾ ਨਹੀਂ ਨਾ ਜਾ ਸਕਦਾ, ਇਸੇ ਤਰ੍ਹਾਂ ਜਿਹੜਾ ਗੁਰਮੁਖ ਗਿਆਨੀ ਹੈ ਉਹਦੇ ਉੱਪਰ ਕਰਮਾਂ ਦਾ ਪ੍ਰਭਾਵ ਨਹੀਂ ਪੈਂਦਾ। ਤਥਾ ਕਰਮ ਤਿਨ ਕੌਣ ਨਾ ਲਿਪਾਏ। ਤਿਵੇਂ ਜਿਹੜਾ ਮਹਾਂਪੁਰਖ ਗਿਆਨੀ ਹੈ ਉਹ ਕਰਮਾਂ ਦੇ ਬੰਧਨ ਵਿੱਚ ਲਿਪਾਏ ਮਾਨ ਨਹੀਂ ਹੁੰਦਾ। ਹਾਂ, ਸਰੀਰ ਉਹਨੇ ਸਾਡੇ ਵਾਂਗ ਹੀ ਧਾਰਨ ਕੀਤਾ ਹੁੰਦਾ। ਸਰੀਰ ਸੰਸਾਰ ਜਦੋਂ ਆਉਂਦਾ ਹੈ ਅਸੀਂ ਤਾਂ ਕਰਮਾਂ ਦੇ ਬੰਧਨਾਂ ਦੇ ਬੱਝੇ ਆਉਂਦੇ ਹਾਂ, ਪਰ ਗੁਰਮੁਖ ਆਵੇ ਜਾਏ ਨਿਸੰਗ, ਆਪਣੀ ਇੱਛਾ ਅਨੁਸਾਰ ਆਉਂਦਾ ਤੇ ਆਪਣੀ ਇੱਛਾ ਅਨੁਸਾਰ ਜਾਂਦਾ ਹੈ। ਛੋਟਾ ਜਿਹਾ ਸਿੱਧਾ ਜਿਹਾ ਦ੍ਰਿਸ਼ਟਾਂਤ ਹੈ ਕਿ ਜਿਵੇਂ ਇੱਕ ਕੈਦੀ ਜੇਲ੍ਹ ਵਿੱਚ ਬੰਦ ਹੈ, ਉਹ ਬਿਮਾਰ ਹੋ ਗਿਆ ਤੇ ਉਹਦਾ ਇਲਾਜ ਕਰਨ ਵਾਸਤੇ ਡਾਕਟਰ ਵੀ ਜੇਲ੍ਹ ਵਿੱਚ ਚਲਿਆ ਜਾਂਦਾ। ਹੁਣ ਡਾਕਟਰ ਨੂੰ ਤਾਂ ਕੋਈ ਕੈਦ ਨਹੀਂ ਹੋਈ, ਉਹ ਤਾਂ ਆਪਣੀ ਇੱਛਾ ਅਨੁਸਾਰ ਉਹਦਾ ਇਲਾਜ ਕਰਨ ਵਾਸਤੇ ਗਿਆ ਹੈ ਤੇ ਡਾਕਟਰ ਵੀ ਜੇਲ੍ਹ ਵਿੱਚ ਹੀ। ਇਸੇ ਤਰ੍ਹਾਂ ਜਿਹੜੇ ਜੇਲ੍ਹ ਦੇ ਕਰਿੰਦੇ ਨੇ, ਜਿਹੜਾ ਜੇਲ੍ਹ ਦਾ ਵੱਡਾ ਅਫੀਸਰ ਹੈ ਉਹ ਵੀ ਹੁਣ ਜੇਲ੍ਹ ਵਿੱਚ ਜਾ ਕਰਕੇ ਡਿਊਟੀ ਦਿੰਦਾ ਹੈ, ਪਰ ਉਹ ਕਰਮਾਂ ਦੀ ਗਤੀ ਦੇ ਅਧੀਨ ਨਹੀਂ। ਉਹ ਹੈ ਉਹ ਵੀ ਜੇਲ੍ਹ ਵਿੱਚ ਹੀ ਹੈ। ਜਿਹੜੇ ਉਹਨਾਂ ਨੂੰ ਸਾਂਭਦੇ ਨੇ, ਜਿਹੜੇ ਬੰਦ ਕੀਤੇ ਨੇ, ਨੌਕਰੀ ਕਰਨ ਵਾਲੇ ਵੀ, ਪਰ ਜੇਲ੍ਹ ਵਿੱਚ ਕੰਮ ਕਰਨ ਵਾਲਾ ਜੇਲ੍ਹੀ ਨਹੀਂ ਹੈ, ਸਗੋਂ ਦੂਸਰਾ ਵਿਅਕਤੀ ਕੈਦੀ ਹੈ ਜਿਹਨੇ ਕੋਈ ਕਰਮ ਕੀਤਾ ਹੈ, ਜਿਹੜਾ ਕੈਦ ਭੁਗਤ ਰਿਹਾ ਹੈ। ਇਸੇ ਤਰ੍ਹਾਂ ਹੀ ਗੁਰਮੁਖ ਸੰਸਾਰ ਦੀ ਕੈਦ ਵਿੱਚ ਆਉਂਦੇ ਤਾਂ ਜ਼ਰੂਰ ਹਨ, ਪਰ ਉਹ ਕਰਮਾਂ ਦੇ ਬੰਧਨਾਂ ਦੇ ਬੱਧੇ ਨਹੀਂ ਆਉਂਦੇ। ਉਹ ਕਰਮਾਂ ਤੋਂ ਆਜ਼ਾਦ ਹੁੰਦੇ ਹਨ, ਆਪਣੀ ਇੱਛਾ ਅਨੁਸਾਰ ਆਉਂਦੇ ਨੇ। ਭੁੱਲੇ ਭਟਕੇ ਜੀਵਾਂ ਦਾ ਇਲਾਜ ਕਰਨ ਵਾਸਤੇ ਆਉਂਦੇ ਹਨ। ਸੋ ਸਤਿਗੁਰੂ ਪਾਤਸ਼ਾਹ ਜੀ ਦੱਸਣ ਲੱਗੇ, ਤਥਾ ਕਰਮ ਕੋ ਨਾ ਲਿਪਾਏ। ਬ੍ਰਹਮ ਗਿਆਨੀ ਗੁਰਮੁਖ ਜਨ ਜਿਹੜੇ ਹਨ ਉਹ ਕਰਮਾਂ ਦੇ ਬੰਧਨਾਂ ਵਿੱਚ, ਕਰਮਾਂ ਦੇ ਗੇੜ ਵਿੱਚ ਉਹ ਲਿਪਾਏ ਮਾਨ ਨਹੀਂ ਹੁੰਦੇ। ਲਿਪਾਏ ਦਾ ਅਰਥ ਹੁੰਦਾ ਫਸਦੇ ਨਹੀਂ ਹਨ। ਸੋ ਕਰਮਾਂ ਦਾ ਪ੍ਰਭਾਵ ਉਹਨਾਂ ਉੱਪਰ ਨਹੀਂ ਪੈਂਦਾ। ਜੀਵਨ ਮੁਕਤ ਵਿਸਾਲ ਆਨੰਦ, ਨਹਿ ਵਿਆਪੈ ਕਬ ਮਨ ਤਨ ਦੁੰਦ। ਉਹ ਗੁਰਮੁਖ ਜੀਵਨ ਮੁਕਤ ਹੁੰਦੇ ਤੇ ਜਿਹੜੇ ਜੀਵਨ ਮੁਕਤ ਨੇ ਉਹ ਦੁਖੀ ਥੋੜਾ ਹੋਣਗੇ। ਵਿਸਾਲ ਆਨੰਦ, ਉਹਨਾਂ ਨੂੰ ਬੜਾ ਭਾਰੀ ਆਨੰਦ ਪ੍ਰਾਪਤ ਹੁੰਦਾ। ਵਿਸਾਲ ਦਾ ਅਰਥ ਹੈ ਬਹੁਤਾ, ਉਹ ਬਹੁਤਾ ਆਨੰਦ ਮਾਣਦੇ ਨੇ। ਨਹਿ ਵਿਆਪੇ ਕਬ ਮਨ ਤਨ ਦੁੰਦ, ਨਾ ਤਾਂ ਉਹਨਾਂ ਨੂੰ ਕਦੀ ਮਨ ਦਾ ਤੇ ਨਾ ਕਦੀ ਤਨ ਦਾ। ਦੁੰਦ ਦਾ ਅਰਥ ਹੁੰਦਾ ਹੈ ਦੁੱਖ। ਦੁੰਦ ਦਾ ਅਰਥ ਦਵੈਤ ਭਾਵ ਵੀ ਹੈ, ਪਰ ਇੱਥੇ ਹੈ ਦੁੱਖ। ਨਾ ਕਦੀ ਉਹਨਾਂ ਦਾ ਮਨ ਢਹਿੰਦੀ ਕਲਾ 'ਚ ਜਾਂਦਾ ਤੇ ਨਾ ਕਦੀ ਤਨ। ਉਹ ਤਨ ਤੇ ਮਨ ਦੇ ਕਿਸੇ ਪ੍ਰਕਾਰ ਦੇ ਕੋਈ ਦੁੱਖ ਨੂੰ ਨਹੀਂ ਭੋਗਣਾ ਕਹਿੰਦੇ ਕਰਦੇ। ਦੁੱਖ ਜਨ, ਜਨ ਦਾ ਅਰਥ ਹੈ ਜਨਮ ਲੈ ਕਰਕੇ। ਸੋ ਉਹ ਵਾਰ-ਵਾਰ ਪੈਦਾ ਹੋ ਕਰਕੇ ਤੇ ਜੰਮਣ ਮਰਨ ਦੇ ਚੱਕਰ ਵਿੱਚ ਪੈ ਕਰਕੇ ਦੁੱਖ ਨਹੀਂ ਭੋਗਦੇ। ਸਿੱਖ ਬੂਝੈ ਤਿਨ ਕਰਮ ਮਹਾਨੇ, ਕਿਮ ਭੋਗੇ ਬਿਨ ਹੋਵਤ ਹਾਨੇ। ਹੁਣ ਸਿੱਖਾਂ ਦੇ ਮਨ 'ਚ ਸਵਾਲ ਪੈਦਾ ਹੋਇਆ, ਇਹ ਕਿਵੇਂ ਹੋ ਸਕਦਾ ਕਿ ਕਰਮ ਬਿਨਾਂ ਭੋਗਣ ਤੋਂ ਹੀ ਨਾਸ਼ ਹੋ ਜਾਣ? ਕੋਈ ਗੱਲ ਬਣਦੀ ਹੈ ਕਿ ਬੰਦਾ ਕਰਮ ਕਰੇ ਵੀ ਤੇ ਕਰਮਾਂ ਦਾ ਫਲ ਵੀ ਨਾ ਭੁਗਤੇ? ਕਿਵੇਂ ਹੋ ਸਕਦਾ? ਮਹਾਰਾਜ, ਜਿਹੜੇ ਵੱਡੇ ਵੱਡੇ ਕਰਮ ਕੀਤੇ ਜਾਂਦੇ ਨੇ, ਕਿਮ ਭੋਗੇ ਬਿਨ ਹੋਵਤ ਹਾਨੇ। ਉਹ ਕਰਮਾਂ ਦਾ ਫਲ ਭੋਗੇ ਤੋਂ ਬਿਨਾਂ ਉਹ ਕਿਵੇਂ ਹਾਨੇ ਨਾਸ਼ ਹੋ ਜਾਂਦੇ ਹਨ, ਉਹ ਕਿਵੇਂ ਮੁੱਕ ਜਾਂਦੇ ਹਨ? ਗੁਰੂ ਕਹਿਓ ਸੇਵਕ ਲੈ ਪੁੰਨ, ਨਿੰਦਕ ਅਗਲੇ ਜੇ ਦੁਖ ਜਨ। ਹੁਣ ਗੁਰੂ ਸਾਹਿਬ ਜੀ ਦੱਸਣ ਲੱਗੇ, ਸਿੱਖੋ ਸੁਣੋ ਫਿਰ।
ਜਿਹੜੇ ਸੇਵਕ ਹੁੰਦੇ ਨਾ, ਸੇਵਕ ਭਾਵ ਰੱਖ ਕੇ ਸੇਵਾ ਕਰਦੇ ਨੇ ਗੁਰਮੁਖਾਂ ਦੀ, ਲੈ ਪੁੰਨ, ਉਹ ਪੁੰਨ ਕਰਮ ਹਾਸਲ ਕਰ ਲੈਂਦੇ। ਜਿਹੜੇ ਗੁਰਮੁਖਾਂ ਦੇ ਪੁੰਨ ਹੁੰਦੇ ਨਾ, ਉਹ ਪ੍ਰਸ਼ਾਦਾ ਪਾਣੀ ਛਕਾ ਕਰਕੇ, ਲੀੜੇ ਕੱਪੜੇ ਦੀ ਹੱਥੀਂ ਸੇਵਾ ਕਰਕੇ ਉਹ ਪੁੰਨ ਗੁਰਮੁਖਾਂ ਦੇ ਉਹ ਲੈ ਲੈਂਦੇ ਨੇ। ਇਸ ਵਾਸਤੇ ਕਿਸੇ ਪੁੰਨ ਦਾ ਫਲ ਭੋਗਣ ਵਾਸਤੇ ਵੀ ਉਹਨਾਂ ਦਾ ਜਨਮ ਨਹੀਂ ਹੁੰਦਾ। ਤੇ ਜੇਕਰ ਕੋਈ ਜਾਣੇ ਅਣਜਾਣੇ ਪਾਪ ਹੋ ਜੇ ਤੇ ਥੋੜੇ ਧੋਬੀ ਬੈਠੇ ਸੰਸਾਰ ਵਿੱਚ, ਹਰ ਬੰਦਾ ਹੀ ਥਾਪਾ ਫੜ ਕੇ ਬੈਠਾ, ਜੀ ਉਹਨੇ ਆਹ ਕੀਤਾ ਸੀ, ਉਹਨੇ ਆਹ ਕੀਤਾ ਹੈ। ਨਿੰਦਾ ਕਰਨ ਵਾਲਾ ਬੰਦਾ ਕੱਪੜੇ ਧੋਂਦਾ ਹੈ, ਨਿੰਦਕ ਹਮਰੇ ਕੱਪੜੇ ਧੋਏ। ਨਿੰਦਕ ਅਗ ਲੈ ਜੇ ਦੁਖ ਜਨ, ਪਾਪ ਕੌਣ ਲੈ ਲੈਂਦੇ ਨੇ? ਸਾਹਿਬ ਕਹਿੰਦੇ ਜਿਹੜੇ ਨਿੰਦਾ ਕਰਦੇ ਨਾ ਲੋਕ, ਜੇਕਰ ਜਾਣੇ ਅਣਜਾਣੇ ਵਿੱਚ ਉਹਨਾਂ ਕੋਲੋਂ ਕਿਤੇ ਭੁੱਲ ਹੋ ਜਾਏ ਤੇ ਨਿੰਦਾ ਕਰਨ ਵਾਲੇ ਉਹਨਾਂ ਦੇ ਪਾਪ ਦਾ ਫਲ ਉਹ ਲੈ ਲੈਂਦੇ ਨੇ। ਹੁਣ ਪਾਪ ਕਰਮ ਕੀਤਾ ਸੀ ਰਾਜੇ ਅਜੈ ਨੇ, ਤੇ ਉਹ ਚਾਹੁੰਦਾ ਸੀ ਕਿ ਮੇਰੇ ਪਾਪ ਦਾ ਫਲ ਜਿਹੜਾ ਨਾ, ਇਹ ਮਹਾਨ ਰਿਸ਼ੀ ਮਹਾਂਪੁਰਖ ਵਸ਼ਿਸ਼ਟ ਮੁਨੀ ਨੂੰ ਭੋਗਣਾ ਪਵੇ। ਜਦੋਂ ਸਾਧੂ ਨੂੰ ਪੁੱਛਿਆ, ਕਹਿੰਦੇ ਲਿੱਧ ਤੈਨੂੰ ਖਾਣੀ ਪੈਣੀ ਹੈ। ਜੈ ਸੋ ਰੋਵੇ ਭਿਖਿਆ ਖਾਏ, ਐਸੀ ਦਰਗੇ ਮਿਲੇ ਸਜਾਏ। ਤੇ ਕੋਈ ਹੱਲ ਨਹੀਂ ਹੈਗਾ? ਕਹਿੰਦੇ ਹੱਲ ਹੈਗਾ, ਜਿਹੜਾ ਐਡਾ ਵੱਡਾ ਢੇਰ ਹੈ ਛੋਟਾ ਹੋ ਸਕਦਾ ਹੈ। ਨਿੰਦਾ ਕਰਵਾ ਲਵੇ ਤੇ ਨੌਜਵਾਨ ਧੀ ਨੂੰ ਘੋੜੇ ਤੇ ਅੱਗੇ ਬਿਠਾ ਕੇ ਸ਼ਹਿਰ ਦਾ ਚੱਕਰ ਲਵਾਇਆ, ਤੇ ਲੋਕਾਂ ਦੇ ਫਿਰ ਜਿੰਨੇ ਮੂੰਹ ਹੁੰਦੀਆਂ ਗੱਲਾਂ, ਜੀ ਵੇਖੋ ਧੀ ਤੇ ਬੇਈਮਾਨ ਹੋ ਗਿਆ, ਇਹਦੇ ਵਰਗਾ ਕੋਈ ਕੁਕਰਮੀ ਹੋ ਸਕਦਾ ਹੈ। ਹੁਣ ਲੋਕ ਗੱਲ ਦਾ ਤਾਤ ਪਰਜ ਨਹੀਂ ਜਾਣਦੇ, ਸਿਧਾਂਤ ਨਹੀਂ ਜਾਣਦੇ, ਬਸ ਕਹਿ ਦੇਣਾ ਜੋ ਸਾਹਮਣੇ ਦੱਸਿਆ ਉਹ ਕਹਿ ਦੇਣਾ। ਤੇ ਜੋ ਦੋ ਚਾਰ ਬੁੱਕ ਜਿਹੜੀ ਲਿੱਧ ਸੀ ਜਦੋਂ ਰਹਿ ਗਈ, ਉਦੋਂ ਪੁੱਛਿਆ, ਕਹਿੰਦੇ ਹੁਣ ਕਹਿੰਦੇ ਫਿਰ ਇਹ ਕੋਈ ਸਾਧੂ ਮਹਾਤਮਾ ਨਿੰਦਾ ਕਰੇ ਨਾ, ਫਿਰ ਇਹ ਮੁੱਕ ਸਕਦੀ। ਤੇ ਭੇਸ ਵਟਾ ਕਰਕੇ ਫਿਰ ਗਿਆ ਸੀ ਕਿਹਦੇ ਕੋਲ? ਵਸ਼ਿਸ਼ਟ ਮੁਨੀ ਕੋ, ਜੋ ਸ਼੍ਰੀ ਰਾਮ ਚੰਦਰ ਦੇ ਗੁਰੂ ਸਨ। ਅਜੈ ਰਾਜਾ ਦਾ ਪੋਤਰਾ ਸੀ ਰਾਮ ਚੰਦਰ ਜੀ, ਰਾਜਾ ਦਸ਼ਰਥ ਦਾ ਪਿਤਾ ਸੀ। ਰਾਜਾ ਸੀ ਤੇ ਮਜ਼ਾਕ ਦੇ ਵਿੱਚ ਉਹਨੇ ਲਿੱਧ ਦਾਨ ਕੀਤੀ ਸੀ ਕਿਸੇ ਪੂਰਨ ਪੁਰਖ ਸਾਧੂ ਨੂੰ। ਤੇ ਦਾਨ ਤਾਂ ਫਲਣਾ ਹੀ ਫਲਣਾ, ਭਾਵੇਂ ਕੋਈ ਚੰਗੀ ਸ਼ੈ ਤੇ ਭਾਵੇਂ ਮਾੜੀ ਸ਼ੈ ਹੈ। ਸੋ ਉਹ ਫਲ ਜਿਹੜਾ ਸੀ ਚਾਹੁੰਦਾ ਸੀ ਇਹ ਭੋਗ ਲਵੇ। ਤੇ ਭੇਸ ਵਟਾ ਕੇ ਜਦੋਂ ਗਿਆ ਵਸ਼ਿਸ਼ਟ ਮੁਨੀ ਕੋਲ, ਕਹਿੰਦਾ ਜੀ ਵੇਖੋ ਕਿੰਨਾ ਰਾਜਾ ਬੇਧਰਮਾ, ਕਿੰਨਾ ਬੇਈਮਾਨ ਹੈ, ਆਪਣੀ ਧੀ ਤੇ ਹੀ ਬੇਈਮਾਨ ਹੋ ਗਿਆ। ਤੇ ਵਸ਼ਿਸ਼ਟ ਮੁਨੀ ਕੋਈ ਆਮ ਨਹੀਂ ਸੀ, ਉਹਦੀ ਤੀਜੀ ਅੱਖ ਖੁੱਲੀ ਸੀ। ਉਹ ਕਹਿਣ ਲੱਗਾ, ਰਾਜਾ ਜੈ, ਲਿੱਧ ਤੂੰ ਦਾਨ ਕੀਤੀ ਸੀ ਕਿ ਮੈਂ ਕੀਤੀ ਸੀ? ਆਪਣੀ ਗੰਦਗੀ ਮੈਨੂੰ ਖਵਾਉਣਾ ਚਾਹੁੰਦਾ? ਜਾ ਦਫਾ ਹੋ ਜਾ ਇੱਥੋਂ, ਆਪਣੀ ਜਾ ਕੇ ਉਹ ਗੰਦਗੀ ਉਹ ਲਿੱਧ ਆਪ ਹੀ ਖਾ। ਤੇ ਫਿਰ ਰਾਜੇ ਨੂੰ ਖਾਣੀ ਪਈ ਸੀ। ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ, ਅਜੈ ਸੋ ਰੋਵੈ ਭਿਖਿਆ ਖਾਏ। ਭਿਖਿਆ ਵਿੱਚ ਦਿੱਤੀ ਹੋਈ ਦਾਨ ਵਿੱਚ ਲਿੱਧ ਜਿਹੜੀ ਸੀ ਉਹਨੂੰ ਖਾਣੀ ਪਈ ਸੀ। ਸੋ ਜੇਕਰ ਤਾਂ ਕੋਈ ਨਿੰਦਾ ਕਰ ਦਵੇ ਤੇ ਉਹ ਫਿਰ ਉਹਨਾਂ ਛਕ ਜਾਣੀ ਸੀ ਨਿੰਦਾ ਕਰਨ ਵਾਲਿਆਂ ਨੇ। ਸੋ ਗੁਰੂ ਸਾਹਿਬ ਜੀ ਦੱਸਣ ਲੱਗੇ, ਨਿੰਦਕ ਅਗ ਲੈ ਜੇ ਦੁਖ ਜਨ। ਸੋ ਜਿਹੜੇ ਦੁੱਖ ਜਨ ਹੁੰਦਾ ਪੈਦਾ ਕਰਨ ਵਾਲੇ, ਜਿਹੜੇ ਦੁੱਖ ਪੈਦਾ ਕਰਨ ਵਾਲੇ ਪਾਪ ਹੈ ਨਾ, ਉਹ ਨਿੰਦਾ ਕਰਨ ਵਾਲੇ ਉਹ ਪਾਪਾਂ ਦਾ ਫਲ ਲੈ ਜਾਂਦੇ ਨੇ। ਉਹਨਾਂ ਨੂੰ ਪਾਪਾਂ ਦਾ ਫਲ ਮਿਲ ਜਾਂਦਾ। ਇਸ ਵਾਸਤੇ ਨਾ ਉਹਨਾਂ ਨੂੰ ਪਾਪਾਂ ਦਾ ਫਲ ਤੇ ਨਾ ਪੁੰਨਾਂ ਦਾ, ਉਹ ਤਾਂ ਰਹਿਤ ਹੋ ਗਏ। ਗੁਰੂ ਨਾਨਕ ਦੇ ਪਾਤਸ਼ਾਹ ਦਾ ਇੱਕ ਬਚਨ ਹੈ ਕਿ ਜਦੋਂ ਗੁਰਮੁਖ ਇੱਕ ਉਸ ਅਵਸਥਾ ਤੇ ਪਹੁੰਚਦਾ ਜਿਹਨੂੰ ਚੌਥਾ ਪਦ ਆਖਿਆ, ਅੰਤਰ ਸੁੰਨਗ ਬਾਹਰ ਸੁੰਨਗ ਤ੍ਰੈ ਪਵ ਸੁੰਨਮ ਸੁੰਨੰ। ਚੌਥਾ ਸੁੰਨਾ ਜੋ ਨਰ ਜਾਣੇ ਤਾਕੋ ਪਾਪ ਨਾ ਪੁੰਨੰ। ਉੱਥੇ ਨਾ ਪਾਪ ਦਾ ਫਲ ਹੈ ਤੇ ਨਾ ਪੁੰਨ ਦਾ ਫਲ ਹੈ। ਉਹ ਗੁਰਮੁਖ ਪਾਪ ਤੇ ਪੁੰਨ ਤੋਂ ਰਹਿਤ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਜੀ ਦੱਸਣ ਲੱਗੇ ਕਿ ਭਾਈ ਗੁਰਮੁਖ ਨੂੰ ਇਹ ਲੇਖਾ ਹਿਸਾਬ ਕਿਤਾਬ ਨਹੀਂ ਦੇਣਾ ਪੈਂਦਾ, ਉਹ ਪਾਪ ਤੇ ਪੁੰਨ ਤੋਂ ਰਹਿਤ ਹੋ ਜਾਂਦਾ। ਪੁੰਨ ਜਿਹੜੇ ਉਹ ਸੇਵਕ ਲੈ ਜਾਂਦੇ ਸੇਵਾ ਕਰਕੇ, ਤੇ ਪਾਪ ਜਿਹੜੇ ਨੇ ਉਹ ਫਿਰ ਨਿੰਦਾ ਕਰਨ ਵਾਲੇ ਲੈ ਜਾਂਦੇ ਹਨ। ਬ੍ਰਹਮ ਗਿਆਨੀ ਨਿਰਲੇਪ ਸਦੀਵ, ਨਹਿ ਫਲ ਕਰਮ ਤਿਨਹੁ ਕੋ ਥੀਵ। ਜਿਹੜੇ ਬ੍ਰਹਮ ਗਿਆਨੀ ਨੇ ਉਹ ਨਿਰਲੇਪ ਨੇ, ਸਦੀਵ ਹੀ, ਨਾ ਉਹ ਪਾਪ ਵਿੱਚ ਪੈਂਦੇ ਤੇ ਨਾ ਉਹ ਪੁੰਨ ਵਿੱਚ ਪੈਂਦੇ ਨੇ। ਪਾਪਾਂ ਤੇ ਪੁੰਨਾਂ ਦਾ ਫਲ ਜਿਹੜਾ ਉਹ ਸੰਸਾਰੀ ਜੀਵਾਂ ਵਾਸਤੇ, ਬ੍ਰਹਮ ਗਿਆਨੀਆਂ ਵਾਸਤੇ ਨਹੀਂ ਹੈ। ਸੋ ਬ੍ਰਹਮ ਗਿਆਨੀ ਸਦਾ ਨਿਰਲੇਪ ਰਹਿੰਦਾ ਹੈ। ਨਏ ਫਲ ਕਰਮ ਤਿਨੋ ਕੋ ਥੀਵ। ਥੀਵ ਦਾ ਅਰਥ ਹੈ ਹੁੰਦਾ। ਉਹਨਾਂ ਗੁਰਮੁਖ ਬ੍ਰਹਮ ਗਿਆਨੀਆਂ ਨੂੰ ਕਦੀ ਵੀ ਕਰਮਾਂ ਦਾ ਫਲ ਨਹੀਂ ਪ੍ਰਾਪਤ ਹੁੰਦਾ। ਉਹ ਕਰਮਾਂ ਦਾ ਕੋਈ ਫਲ ਨਹੀਂ ਭੋਗਣਾ ਕਰਦੇ। ਐਸੇ ਸੁਨ ਕਰ ਗੁਰ ਕੇ ਬੈਨ,
ਸਿੱਖਣ ਪਾਈ ਹਿਰਦੈ ਚੈਨ। ਇਹੋ ਜੇ ਬਚਨ ਸਤਿਗੁਰੂ ਪਾਤਸ਼ਾਹ ਦੇ ਪਾਵਨ ਮੁਖ ਤੋਂ ਸੁਣ ਕਰਕੇ ਬੈਨ ਹੁੰਦੇ ਬਚਨ, ਐਸੇ ਸੁਣ ਕਰ ਗੁਰ ਕੇ ਬੈਨ। ਗੁਰੂ ਅਰਜਨ ਦੇ ਪਾਤਸ਼ਾਹ ਦੇ ਇਹੋ ਜੇ ਕਲਿਆਣ ਕਰਨ ਵਾਲੇ ਬਚਨ ਸੁਣ ਕੇ ਸਿੱਖਣ ਪਾਈ ਹਿਰਦੈ ਚੈਨ। ਸਿੱਖਾਂ ਨੇ ਹਿਰਦੇ 'ਚ ਚੈਨ ਪਾ ਲਈ, ਟਿਕਾ ਪਾ ਲਿਆ, ਸ਼ਾਂਤੀ ਪ੍ਰਾਪਤ ਕਰ ਲਈ। ਮਨ ਜਿਹੜਾ ਸੀ ਚੈਨ ਵਿੱਚ ਆ ਗਿਆ। ਸਹਿਬ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ, ਹਰਿ ਕੋ ਨਾਮ ਜਪਤ ਮਨ ਚੈਨ। ਕੋਈ ਚਾਹੁੰਦਾ ਨਾ ਮਨ ਨੂੰ ਚੈਨ ਆ ਜਾਵੇ, ਮਨ ਟਿਕ ਜਾਏ, ਮਨ ਸ਼ਾਂਤ ਹੋ ਜਾਵੇ, ਤੇ ਨਾਮ ਜਪੇ, ਨਾਮ ਜਪਿਆ ਮਨ ਚੈਨ ਵਿੱਚ, ਸ਼ਾਂਤੀ ਵਿੱਚ ਟਿਕਾ ਤੇ ਅਡੋਲਤਾ ਵਿੱਚ ਆ ਜਾਂਦਾ ਹੈ। ਸਿੱਖਾਂ ਪਾਈ ਹਿਰਦੈ ਚੈਨ। ਸਿੱਖਾਂ ਨੇ ਹਿਰਦੇ 'ਚ ਚੈਨ ਪਾ ਲਈ, ਸ਼ਾਂਤੀ ਟਿਕਾ ਤੇ ਅਡੋਲਤਾ ਹਾਸਲ ਕਰ ਲਈ। ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਨਿਹਾਲ ਹੋ ਗਏ। ਉਪਦੇਸ਼ ਕਮਾ ਕਰਕੇ ਸਤਿਗੁਰੂ ਪਾਤਸ਼ਾਹ ਦੀ ਸਿੱਖੀ ਕਮਾਉਂਦਿਆਂ ਹੋਇਆਂ ਜੀਵਨ ਸਫਲ ਕਰ ਗਏ। ਅੱਗੇ ਹੋਰ ਗੁਰਸਿੱਖਾਂ ਨੇ ਫੇਰ ਆ ਕੇ ਸਾਹਿਬਾਂ ਨੂੰ ਬੇਨਤੀ ਕੀਤੀ ਹੈ। ਉਹਨਾਂ ਦੇ ਪਰਥਾਏ ਵੀ ਸਤਿਗੁਰੂ ਪਾਤਸ਼ਾਹ ਜਿਵੇਂ ਉਹਨਾਂ ਦੀ ਭਾਵਨਾ ਸੀ ਉਪਦੇਸ਼ ਦਿੱਤਾ ਹੈ। ਕਰਮਾਂ ਦੀ ਫਲਸਫੀ ਬਾਰੇ ਕੁਝ ਹੋਰ ਸਿੱਖਾਂ ਨੇ ਪੁੱਛਿਆ, ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਤਾਈਂ ਵੀ ਨਿਹਾਲ ਕੀਤਾ ਹੈ। ਸੋ ਜਿਵੇਂ ਗੁਰੂ ਸਾਹਿਬ ਜੀ ਅਗਲਾ ਇਤਿਹਾਸ ਸਰਵਣ ਕਰਵਾਉਣਗੇ, ਸੁਣਾਂਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਨਹਾਰ ਜੀ ਬਖਸ਼ ਲੈਣ। ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦੇ ਹਾਂ। ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਹਾਂ। ਸਮਾਪਤੀ ਹੈ ਜੀ। ਬ੍ਰਹਮ ਗਿਆਨੀ ਨਿਰਲੇਪ ਸਦੀਵ, ਨਹਿ ਫਲ ਕਰਮ ਤਿਨੋ ਕੋ ਜੀਵ। ਐਸੇ ਸੁਨ ਕਰ ਗੁਰ ਕੇ ਬੈਨ, ਸਿੱਖਣ ਪਾਏ ਹਿਰਦੈ ਚੈਨ। ਚੁੱਤ ਹੈ ਪਾ
ब्रह्म अविनाशी अगनास हे पूर्ण हे सर्ब में दुख भंजन दास हे संगी हे निरंकार हे निर्गुण सावनेक हे गोविंद हे गुण निदान जाकै सदा विवेक हे अपरंपर हर हरे है पियोनहार हे संत कै सदा संग निधारा आधार हे ठाकुर हम दास रो मैं निर्गुण गुण नहीं कोई नानक दीजै नाम दान राखो हिये परोए आए प्रभ शरणागति कृपा निध दयाल एक अक्षर हार मान बसत नानक होत निहाल वाहिगुरु नाम जहाज है चढ़े सोतरे पार जो शरदाकार सेवा दे गुर पार उतारण हार जो शरदाकार सेवा दे गुर पार उतारण हार वाहिगुरु जी का खालसा वाहिगुरु जी की फतेह।